ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਇਹ ਮਾਸਟਰ ਕਲਾਸਿਸ ਪਟਿਆਲਾ ਦਾ ਨਵਾਂ ਇਨੀਸ਼ੀਏਟਿਵ ਆ, ਮਾਸਟਰ ਕਲਾਸਿਸ ਟੀਚਿੰਗ ਕੋਰਸਿਸ। ਇੱਥੇ ਤੁਸੀਂ ਜਿੰਨੇ ਵੀ ਟੀਚਿੰਗ ਨਾਲ ਸੰਬੰਧਿਤ ਪੇਪਰ ਹੁੰਦੇ ਆ ਉਹਨਾਂ ਦੀ ਤਿਆਰੀ ਵਾਸਤੇ ਸਾਡੇ ਨਾਲ ਜਿਹੜੇ ਫਲੈਸ਼ ਹੋ ਰਹੇ ਨੰਬਰ ਆ ਉਹਨਾਂ 'ਤੇ ਸੰਪਰਕ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ 'ਚ ਨਾਮ ਲਿਖੇ ਹੋਏ ਨੰਬਰਾਂ 'ਤੇ। ਤੁਹਾਨੂੰ ਪਤਾ ਹੋਊਗਾ ਕਿ ਇਹ ਵੀਡੀਓ ਇੱਕ ਐਕਸਟੈਂਡਡ ਵੀਡੀਓ ਆ। ਅਸੀਂ PS ਟੈਟ ਪੇਪਰ 2 ਸੋਸ਼ਲ ਸਟੱਡੀਜ਼ ਦਾ ਪੇਪਰ ਸੋਲਵ ਕਰ ਰਹੇ ਸੀ, ਜਿਹਦੇ 'ਚ ਇੱਕ ਵੀਡੀਓ 'ਚ ਅਸੀਂ ਇੰਗਲਿਸ਼ ਨਾਲ ਸੰਬੰਧਿਤ ਪੰਜਾਬੀ, ਅਤੇ ਫਿਰ ਇੱਕ ਵੀਡੀਓ ਤੀਸਰੀ ਵੀਡੀਓ 'ਚ ਪੈਡੇਗੋਜੀ, ਅਤੇ ਇੱਕ ਵੀਡੀਓ 'ਚ SST ਦੇ 91 ਤੋਂ ਲੈ ਕੇ 120 ਤੱਕ ਸਵਾਲ ਸੋਲਵ ਕੀਤੇ ਆ। ਕੁਛ ਵੀਡੀਓਜ਼ ਹਜੇ ਰੈਗੂਲਰਲੀ ਅਪਡੇਟ ਹੋ ਰਹੀਆਂ ਹੈ। ਅਤੇ ਜਾਣਕਾਰੀ ਲਈ ਦੱਸਦੀ ਹੈ ਕਿ ਸਾਇੰਸ ਨਾਲ ਸੰਬੰਧਿਤ ਪੇਪਰ ਅਤੇ ਇਸ ਤੋਂ ਬਾਅਦ ਪੇਪਰ 1 2023 ਦਾ ਪੂਰਾ PS ਟੈਟ ਦਾ ਪੇਪਰ ਸੋਲਵ ਕਰਾਂਗੇ। ਉਹਦੀ ਵਜ੍ਹਾ ਇਹ ਕਿ ਪੁਰਾਣੇ ਪੈਟਰਨ ਤੋਂ ਬਿਲਕੁਲ ਹਟ ਕੇ ਆਏ ਹੋਏ ਪੇਪਰ ਆ। ਸੋ ਇਸ ਵੀਡੀਓ ਨੂੰ ਤੁਸੀਂ 91 ਤੋਂ ਲੈ ਕੇ 120 ਸਵਾਲਾਂ ਦੀ ਸੀਰੀਜ਼ ਤੋਂ ਬਾਅਦ ਦੇਖਣਾ ਹੈ, ਜਿਹੜੀ ਕਿ ਤੁਸੀਂ ਇਸੇ ਚੈਨਲ 'ਤੇ ਜਿਹੜੇ 'ਤੇ ਤੁਸੀਂ ਇਸ ਨੂੰ ਦੇਖ ਰਹੇ ਹੋ ਇਹਦੀ ਪਲੇ ਲਿਸਟ 'ਚ ਜਾ ਕੇ PS ਟੈਟ ਦੀ ਪਲੇ ਲਿਸਟ 'ਚ ਜਾ ਕੇ ਉਸ ਵੀਡੀਓ ਨੂੰ ਆਇਡੈਂਟੀਫਾਈ ਕਰ ਸਕਦੇ ਹੋ, ਪਛਾਣ ਸਕਦੇ ਹੋ, ਲੱਭ ਸਕਦੇ ਹੋ। ਖੈਰ ਆ ਜਾਓ, ਹੁਣ ਆਪਾਂ ਸਮਾਂ ਖਰਾਬ ਨਹੀਂ ਕਰਦੇ ਅਤੇ ਕੋਈ ਵੀ ਜਾਣਕਾਰੀ ਹੋਊਗੀ ਵਿੱਚ ਦੇਵਾਂਗੇ। ਸਭ ਤੋਂ ਪਹਿਲਾ ਸਵਾਲ ਆ ਗਿਆ ਆਪਣੇ ਕੋਲ ਹੈਜੇਮਨੀ ਨੂੰ ਲੈ ਕੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਤੁਹਾਡੇ ਪੇਪਰ 'ਚ ਆਇਆ ਹੋਇਆ ਸਵਾਲ ਆ ਕਿ ਪ੍ਰਧਾਨਤਾ ਕੀ ਹੁੰਦੀ ਆ। ਕਹਿੰਦੇ ਹੇਠ ਲਿਖਿਆ ਆਪਸ਼ਨਸ ਦੇ ਵਿੱਚੋਂ ਪ੍ਰਧਾਨਤਾ ਨਾਲ ਸੰਬੰਧਿਤ ਕੀ ਚੀਜ਼ ਸਹੀ ਹੈ ਅਤੇ ਗਲਤ ਆ। ਅਸਲ 'ਚ ਤੁਹਾਨੂੰ ਇਹ ਸਵਾਲ SST ਦੇ ਪੇਪਰ 'ਚ ਕਿਉਂ ਆਇਆ? ਕਿਉਂਕਿ ਉਹ ਮੰਨ ਕੇ ਚੱਲਦੇ ਆ ਕਿ ਤੁਸੀਂ SST 'ਚ 9ਵੀਂ ਕਲਾਸ ਦੇ ਵਿੱਚ ਹੈਜੀਮਨੀ ਪੜ੍ਹੀ ਆ। ਅਮਰੀਕਾ ਨੇ 1990 'ਚ ਜਦੋਂ ਸ਼ੀਤ ਯੁੱਧ ਕੋਲਡ ਵਾਰ ਖਤਮ ਹੋਈ ਨਾ, ਅਤੇ USSR ਅਤੇ ਰਸ਼ੀਆ ਦੀ ਜਿਹੜੀ ਟਸਲ ਸੀ ਖਤਮ ਹੋਈ, ਉਸ ਤੋਂ ਬਾਅਦ 20 ਸਾਲ ਦੁਨੀਆ 'ਤੇ ਪ੍ਰਧਾਨਗੀ ਕੀਤੀ ਹੈ। ਅਤੇ ਉਹਨਾਂ ਦੀ ਪ੍ਰਧਾਨਗੀ ਉਦੋਂ ਟੁੱਟੀ ਆ ਜਦੋਂ ਉਹਨਾਂ ਦੇ ਟਵਿਨ ਟਾਵਰ ਪੈਂਟਾਗਨ 'ਤੇ ਲਦੇਨ ਹੋਣਾ ਨੇ ਹਮਲਾ ਕੀਤਾ। ਸੋ ਕਈ ਵਾਰੀ ਕੀ ਹੁੰਦਾ, ਇੱਕ ਲੰਮਾ ਸਮਾਂ ਜਾਂ ਥੋੜ੍ਹਾ ਸਮਾਂ ਕਿਸੇ ਇੱਕ ਦੇਸ਼ ਦੀ ਪੂਰੀ ਦੁਨੀਆ 'ਤੇ ਪ੍ਰਧਾਨਗੀ ਚੱਲਦੀ ਆ, ਫਿਰ ਉਸ ਦੇਸ਼ ਦੀ ਮਿਲਟਰੀ ਪਾਵਰ ਵੀ ਸਿਖਰਾਂ 'ਤੇ ਹੁੰਦੀ ਆ, ਮਤਲਬ ਉਹਦੀ ਫੌਜੀ ਤਾਕਤ ਵੀ ਸਿਖਰਾਂ 'ਤੇ ਹੁੰਦੀ ਆ, ਅਤੇ ਉਸ ਸਮੇਂ ਉਹ ਦੇਸ਼ ਦੂਜੇ ਨੂੰ ਕੁਛ ਸਮਝਦਾ ਵੀ ਨਹੀਂ ਹੁੰਦਾ। ਇਹਨੂੰ ਆਪਾਂ ਪੜ੍ਹਦੇ ਹਾਂ ਹੈਜੀਮਨੀ। ਅਸੀਂ US ਦੀ, ਅਮਰੀਕਾ ਦੀ ਹੈਜੀਮਨੀ, ਉਹਦੀ ਪ੍ਰਧਾਨਤਾ ਬਾਰੇ ਬਹੁਤ ਪੜ੍ਹਿਆ ਹੋਇਆ ਹੈ। ਆ ਜਾਓ ਆਪਾਂ ਉਸੇ ਸੰਬੰਧ 'ਚ ਕੱਢਦੇ ਹਾਂ। ਕਹਿੰਦੇ ਕਿ ਇਹਦਾ ਮਤਲਬ ਹੁੰਦਾ ਕਿਸੇ ਇੱਕ ਦੇਸ਼ ਦੀ ਬਾਕੀਆਂ ਦੇ ਪ੍ਰਧਾਨਗੀ। ਬਿਲਕੁਲ ਸਹੀ। ਕਹਿੰਦੇ ਆ ਇਤਿਹਾਸ ਦੇ ਵਿੱਚ ਨਾ ਅੱਜ ਦੇ ਦੱਖਣੀ ਯੂਰਪ 'ਚ ਐਥਨਸ ਦੀ ਵੀ ਪ੍ਰਧਾਨਗੀ ਰਹੀ ਆ। ਬਿਲਕੁਲ ਰਹੀ ਆ, ਕਿਉਂਕਿ ਅਸੀਂ ਜੇ ਇਤਿਹਾਸ ਪੜ੍ਹੀਏ ਤਾਂ ਇਹ ਗੱਲ ਅੱਜ ਤੋਂ 2300-2400 ਸਾਲ ਪੁਰਾਣੀ ਬਣਦੀ ਆ। ਕਹਿੰਦੇ ਜਿਹੜੇ ਦੇਸ਼ ਦੀ ਪ੍ਰਧਾਨਗੀ ਹੁੰਦੀ ਆ ਉਹਦੇ ਕੋਲ ਅਨਚੈਲੰਜਡ ਮਿਲਟਰੀ ਪਾਵਰ, ਅਸੀਮਤ ਫੌਜੀ ਤਾਕਤ ਹੁੰਦੀ ਆ। ਬਿਲਕੁਲ ਸਹੀ ਗੱਲ ਆ। ਕਹਿੰਦੇ ਪ੍ਰਧਾਨਗੀ ਹਮੇਸ਼ਾ ਸਥਿਰ ਰਹਿੰਦੀ ਆ। ਦੇਖੋ ਇਹ ਗੱਲ ਬਿਲਕੁਲ ਗਲਤ ਆ, ਅਤੇ ਇਹੀ ਇਹਦਾ ਸਹੀ ਆਪਸ਼ਨ, ਕਿਉਂਕਿ ਉਹਨਾਂ ਨੇ ਪੁੱਛਿਆ ਸੀ। ਤੁਸੀਂ ਇਹ ਗੱਲ ਸਮਝ ਲਓ, ਭਾਵੇਂ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਸਮਝਦੇ ਹੋਵੋ, ਭਾਵੇਂ ਭਾਰਤ ਦੀ ਰਾਜਨੀਤੀ ਨੂੰ ਸਮਝੋ, ਅਤੇ ਭਾਵੇਂ ਦੁਨੀਆ ਦੀ ਰਾਜਨੀਤੀ ਨੂੰ ਸਮਝ ਲਓ, ਪ੍ਰਧਾਨਗੀ, ਪ੍ਰਧਾਨਤਾ, ਚੌਧਰ ਚੜ੍ਹਾਈ ਕਦੇ ਵੀ ਫਿਕਸ ਨਹੀਂ ਗਈ, ਕਦੇ ਵੀ ਸਥਿਰ ਨਹੀਂ ਗਈ, ਕਦੇ ਵੀ ਪੱਕੀ ਨਹੀਂ ਹੁੰਦੀ। ਇਹ ਕਦੇ ਨਾ ਕਦੇ ਤਾਂ ਤੁਹਾਡੇ ਹੱਥੋਂ ਜਾਣੀ ਆ। ਇਸ ਗੱਲ ਦਾ ਹਮੇਸ਼ਾ ਤੁਹਾਨੂੰ ਅਹਿਸਾਸ ਰਹਿਣਾ ਚਾਹੀਦਾ ਹੈ। ਹੁਣ ਇਹ ਸਮਝ ਲਓ ਕਿ ਮੈਂ ਕਹਿ ਕੀ ਰਿਹਾ, ਠੀਕ ਆ। 121ਵਾਂ ਸਵਾਲ ਆਪਾਂ ਹੱਲ ਕਰ ਲਿਆ। ਸਵਾਲ ਨੰਬਰ 122 ਕਹਿੰਦੇ 4 ਆਪਸ਼ਨਸ ਨੇ। ਕੌਨਫੀਡੈਂਸ ਬਿਲਡਿੰਗ ਮੇਜਰਸ, ਹੌਸਲਾ ਵਧਾਊ ਯਤਨ, ਆਰਮ ਕੰਟਰੋਲ, ਹਥਿਆਰਾਂ 'ਤੇ ਕਾਬੂ, ਅਲਾਇੰਸ ਗਠਬੰਧਨ, ਅਤੇ ਡਿਸਆਰਨਾਮੈਂਟ, ਨਿਸ਼ਸਤਰੀਕਰਨ। ਇਹ ਕੀ ਚੀਜ਼ਾਂ ਨੇ? ਮੈਂ ਤੁਹਾਨੂੰ ਵੈਸੇ ਹੀ ਇਹ 4 ਸ਼ਬਦ ਦੱਸ ਦਿੰਦਾ, ਤੁਹਾਨੂੰ ਨਾ ਬੜੇ ਵਧੀਆ ਤਰੀਕੇ ਨਾਲ ਇਹ ਸਮਝ ਆਉਣਗੇ। ਕੌਨਫੀਡੈਂਸ ਬਿਲਡਿੰਗ ਮੇਜਰਸ ਕੀ ਆ? ਤੁਹਾਨੂੰ ਪਤਾ ਹਰ ਸਾਲ ਨਵੇਂ ਪਹਿਲੇ ਦਿਨ, ਹਰ ਸਾਲ ਦੇ ਪਹਿਲੇ ਦਿਨ ਭਾਰਤ ਅਤੇ ਅਮਰੀਕਾ, ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਨਾਲ ਇੱਕ ਸਮਝੌਤਾ ਕਰਦੇ ਆ ਅਤੇ ਦੱਸਦੇ ਆ ਕਿ ਸਾਡੇ ਕੋਲ ਕਿੰਨੇ ਨਿਊਕਲੀਅਰ ਵੈਪਨਸ ਨੇ, ਸਾਡੇ ਕੋਲ ਕਿੰਨੇ ਨਭਕੀਆ ਊਰਜਾ ਦੇ ਹਥਿਆਰ ਨੇ, ਮਤਲਬ ਐਟਮ ਬੰਬ ਨੇ। ਇਹਦੇ ਨਾਲ ਕੀ ਆ, ਇੱਕ ਦੂਜੇ ਦੇਸ਼ ਦੇ ਨਾਲ ਜਾਣਕਾਰੀ ਸਾਂਝੀ ਕਰਕੇ ਵਿਸ਼ਵਾਸ ਬਣਾ ਕੇ ਰੱਖਣਾ ਕਿ ਹਾਂ ਆਪਾਂ ਇਸ ਸਾਲ ਇੱਕ ਦੂਜੇ 'ਤੇ ਕੋਈ ਵੀ ਗਲਤ ਹਮਲਾ ਨਹੀਂ ਕਰਾਂਗੇ। ਸੋ ਇਹੋ ਜਿਹੇ ਇਸ ਤਰੀਕੇ ਦੇ ਕੰਮ ਜਿਹੜੇ ਹੁੰਦੇ ਆ ਕੌਨਫੀਡੈਂਸ ਬਿਲਡਿੰਗ ਮੇਜਰਸ, ਇਹਨੂੰ ਆਪਾਂ ਕਹਿੰਦੇ ਆ ਇਹ ਪ੍ਰੋਸੈਸ ਆਫ ਐਕਸਚੇਂਜਿੰਗ ਇਨਫੋਰਮੇਸ਼ਨ। ਇੱਕ ਦੂਜੇ ਨਾਲ ਇੱਕ ਨਿਸ਼ਚਿਤ ਵਕਫੇ 'ਤੇ ਜਾਣਕਾਰੀ ਸਾਂਝੇ ਕਰਦੇ ਰਹਿਣਾ। ਸੋ ਇੱਕ ਵਿਸ਼ਵਾਸ ਬਣਿਆ ਰਹਿੰਦਾ ਹੈ। ਅੱਗੇ ਆ ਗਿਆ ਆਰਮ ਕੰਟਰੋਲ। ਬੇਸਿਕਲੀ ਆਰਮ ਕੰਟਰੋਲ, ਹਥਿਆਰਾਂ 'ਤੇ ਕਾਬੂ। ਇਹਦਾ ਮਤਲਬ ਆ ਕਿ ਕਿਸੇ ਦੇਸ਼ ਦੁਆਰਾ ਜਾਂ ਪੂਰੇ ਸਮਾਜ ਦੁਆਰਾ ਆਪਣੇ ਹਥਿਆਰਾਂ ਦੇ ਵਿਕਾਸ ਤੇ ਨੂੰ ਨਿਯਮਿਤ ਕਰ ਲੈਣਾ ਕਿ ਅਸੀਂ ਹਥਿਆਰ ਨਹੀਂ ਵੱਧ ਬਣਾਵਾਂਗੇ। ਉਹਨੂੰ ਕਹਿੰਦੇ ਆ ਆਰਮਸ ਕੰਟਰੋਲ, ਹਥਿਆਰਾਂ 'ਤੇ ਕਾਬੂ। ਅਲਾਇੰਸ ਗਠਬੰਧਨ,
ਜਦੋਂ ਕਿਸੇ ਵੱਡੇ ਦੇਸ਼ ਦੇ ਹਮਲੇ ਤੋਂ ਡਰਦੇ ਹੋਏ ਕਈ ਦੇਸ਼ ਆਪਸ 'ਚ ਕੋਈ ਸਮਝੌਤਾ ਕਰ ਲੈਣ ਜਾਂ ਵੈਸੇ ਹੀ ਪੋਲੀਟੀਕਲ ਪਾਰਟੀਆਂ ਵੀ ਗੱਠਜੋੜ ਕਰ ਲੈਣ, ਕੋਲੇਸ਼ਨ ਆਫ ਨੇਸ਼ਨਸ ਔਰ ਪੋਲੀਟੀਕਲ ਪਾਰਟੀਜ਼, ਪੋਲੀਟੀਕਲ ਪਾਰਟੀਆਂ ਦਾ ਗੱਠਜੋੜ ਹੋ ਜੇ ਜਾਂ ਦੇਸ਼ਾਂ ਦਾ ਗੱਠਜੋੜ ਹੋ ਜੇ ਕਿਸੇ ਨੂੰ ਖਤਮ ਕਰਨ ਵਾਸਤੇ, ਜਿਵੇਂ ਹੁਣ ਆਪਾਂ ਕਹਿ ਦਈਏ ਕਿ ਕਾਂਗਰਸ ਫਲਾਣੀ ਪਾਰਟੀ ਨੇ ਮਿਲ ਕੇ ਇੱਕ ਕੋਲੇਸ਼ਨ ਕਰ ਲਈ ਹੈ, ਗਠਬੰਧਨ ਕਰ ਲਿਆ, ਜਿਹਨੂੰ ਇੰਡੀਆ ਦਾ ਨਾਮ ਦਿੱਤਾ। ਫਿਰ ਇੰਡੀਆ ਕੀ ਹੋਇਆ? ਇੱਕ ਗੱਠਜੋੜ ਹੋਇਆ। ਸੋ ਅਲਾਇੰਸ ਦਾ ਇਹ ਡਿਸਆਰਨਾਮੈਂਟ, ਨਿਸ਼ਸਤੀਕਰਨ, ਜਦੋਂ ਦੁਨੀਆ ਦੇ ਸਾਰੇ ਦੇਸ਼ ਇਹ ਸਲਾਹ ਕਰ ਲੈਣ ਯਾਰ ਆਪਾਂ ਆਪਣੇ ਹਥਿਆਰਾਂ ਨੂੰ ਖਤਮ ਹੀ ਕਰ ਦਈਏ, ਐਵੇਂ ਲੜਾਈ ਵਧੂਗੀ, ਆਪਣੇ ਹਥਿਆਰਾਂ ਨੂੰ ਕਿਸੇ ਤਰੀਕੇ ਛੱਡ ਦੇਣਾ, ਸਰੈਂਡਰ ਕਰ ਦੇਣਾ ਜਾਂ ਖਤਮ ਕਰਨ ਦੇ ਰਾਹ 'ਤੇ ਤੁਰ ਪੈਣਾ, ਇਹਨੂੰ ਕਹਿੰਦੇ ਆ ਡਿਸਆਰਨਾਮੈਂਟ। ਸੋ ਇਹ ਆਪਸ਼ਨ ਤਾਂ ਸਹੀ ਬਣ ਗਈ ਗੱਲ, ਇਕੱਲੀ ਆਪਸ਼ਨ ਸਮਝਾਉਣ ਦੀ ਨਹੀਂ, ਗੱਲ ਇਹ ਆ ਕਿ ਤੁਹਾਨੂੰ ਪਤਾ ਤਾਂ ਲੱਗੇ ਕਿ ਇਹ ਕਹਾਣੀ ਹੈ ਕੀ ਹੈ। ਸੋ ਅਸਲ 'ਚ SST ਨਾਲ ਸੰਬੰਧਿਤ ਕਿੰਨੀਆਂ ਔਖੀਆਂ ਟਰਮਾਂ ਤੁਹਾਡੇ ਪੇਪਰ 'ਚ ਆਈਆਂ ਸੀ, ਪਰ ਤੁਹਾਡੇ ਕਨਸੈਪਟ ਨਹੀਂ ਕਲੀਅਰ ਹੁੰਦੇ, ਅਸੀਂ ਤਾਂ ਫਸ ਜਾਂਦੇ ਹਾਂ। ਆਹ ਦੱਸੋ ਕਹਾਣੀ ਕਲੀਅਰ ਹੋ ਗਈ? ਆ ਜਾਓ ਜੀ ਅੱਗੇ। ਸਵਾਲ ਨੰਬਰ ਨੈਕਸਟ, ਕਹਿੰਦੇ ਸਾਰਕ ਦਾ ਪਹਿਲਾ ਸਮਿਟ ਕਿੱਥੇ ਹੋਇਆ? ਬੜੀ ਸਿੱਧੀ ਜੀ ਗੱਲ ਆ, ਤੁਹਾਨੂੰ ਪਤਾ ਹੋਣਾ ਸਾਰਕ 'ਚ ਐਸ ਦਾ ਮਤਲਬ ਸਾਊਥ, ਦੱਖਣੀ, ਏਸ਼ੀਆ, ਐਸੋਸੀਏਸ਼ਨ ਗੱਠਜੋੜ, ਰੀਜਨਲ ਖੇਤਰੀ, ਕੋਆਪਰੇਸ਼ਨ ਸਾਂਝ ਭਿਆਲੀ। ਸਾਊਥ ਏਸ਼ੀਆ, ਦੁਨੀਆ ਦੇ ਵਿੱਚ ਦੱਖਣੀ ਏਸ਼ੀਆ ਕਿਹਨੂੰ ਕਹਿੰਦੇ ਆ? ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਮਾਲਦੀਵਜ਼। ਇਹ 8 ਦੇਸ਼ਾਂ ਦਾ ਇੱਕ ਸਮੂਹ ਆ ਜਿਸ ਦਾ ਕਿ ਕਨਸੈਪਟ 1885 'ਚ ਆਇਆ ਅਤੇ ਇਹਦਾ ਪਹਿਲਾ ਸੰਮੇਲਨ ਢਾਕੇ 'ਚ ਹੋਇਆ ਅਤੇ ਇਹਦੀ ਇਹਦਾ ਹੈੱਡਕੁਆਟਰ ਸਕੱਤਰੇਤ ਸੈਕਟਰੀਏਟ ਕਾਠਮੰਡੂ 'ਚ। ਜ਼ਿਆ ਉਲ ਹੱਕ ਬੰਗਲਾਦੇਸ਼ ਦੇ ਰਾਸ਼ਟਰਪਤੀ ਸੀ ਜਿਨ੍ਹਾਂ ਨੇ ਇਹ ਕਨਸੈਪਟ ਦੁਨੀਆ ਨੂੰ ਦਿੱਤਾ, ਅਤੇ ਭਾਰਤ ਅਤੇ ਪਾਕਿਸਤਾਨ ਦੇ ਹੋਏ ਹਮਲਿਆਂ ਤੋਂ ਬਾਅਦ ਇਹਦਾ ਸੰਮੇਲਨ ਨਹੀਂ ਹੋ ਸਕਿਆ, ਪਰ ਇਹਨੂੰ ਸਾਰਕ ਕਹਿੰਦੇ ਆ। ਅਤੇ ਸਾਰਕ ਦਾ ਪਹਿਲਾ ਸਮਿਟ ਢਾਕਾ 'ਚ ਹੋਇਆ ਸੀ। ਅਤੇ ਜੇ ਪੁੱਛ ਲੈਣ ਕਿ ਇਹਦਾ ਸੈਕਟਰੀਏਟ ਕਿੱਥੋਂ ਚੱਲਦਾ ਹੈ, ਤਾਂ ਉਹ ਚੱਲਦਾ ਹੈ ਜੀ ਕਾਠਮੰਡੂ ਤੋਂ। ਸਾਰਕ ਕਿਹੜੇ ਦੇਸ਼ਾਂ ਦਾ ਸਮੂਹ ਆ? ਸੋ ਇਹ ਵੀ ਆਪਾਂ ਨੂੰ ਬਹੁਤ ਇੰਪੋਰਟੈਂਟ ਗੱਲ ਆ। ਸੋ ਨੈਕਸਟ ਅੱਗੇ ਆ ਜਾਓ ਜੀ ਅਗਲੇ ਸਵਾਲ 'ਤੇ। ਸਮਝ ਆ ਰਹੀ ਹੈ ਨਾ ਗੱਲ? ਕਹਿੰਦੇ ਇਹੋ ਜਿਹਾ ਓਫੈਂਸ, ਇਸ ਤਰੀਕੇ ਦਾ ਉਹ ਗੁਨਾਹ ਕੀ ਹੁੰਦਾ ਹੈ ਜਿਹਦੇ 'ਚ ਪੁਲਿਸ ਤੁਹਾਨੂੰ ਬਿਨਾਂ ਅਦਾਲਤ ਦੀ ਪਰਮਿਸ਼ਨ ਤੋਂ ਫੜ ਸਕਦੀ ਆ, ਉਹਨੂੰ ਕਹਿੰਦੇ ਆ ਕੋਗਨੀਜ਼ੇਬਲ ਓਫੈਂਸ। ਇਹ ਵੈਸੇ ਤਾਂ ਲਾਅ ਭਾਵ ਕਾਨੂੰਨ ਦਾ ਸ਼ਬਦ ਆ, ਪਰ ਤੁਹਾਨੂੰ ਪੁੱਛਿਆ ਜਾ ਸਕਦਾ ਕਿਉਂਕਿ ਆਮ ਸਾਨੂੰ ਪਤਾ ਹੁੰਦਾ ਕੋਗਨੀਜ਼ੇਬਲ, ਨੋਨ ਕੋਗਨੀਜ਼ੇਬਲ, ਕੰਪਾਊਂਡੇਬਲ, ਨੋਨ ਕੰਪਾਊਂਡੇਬਲ, ਇਸ ਤਰੀਕੇ ਦੇ ਸਾਨੂੰ ਜਿਹੜੇ ਓਫੈਂਸ ਗੁਨਾਹ ਹੈ ਪਤਾ ਹੋਣੇ ਚਾਹੀਦੇ ਆ। ਕੋਗਨੀਜ਼ੇਬਲ ਓਫੈਂਸ ਦਾ ਮਤਲਬ ਹੁੰਦਾ ਸਮਝਣਯੋਗ, ਭਾਵ ਕਿ ਇੱਕ ਅਜਿਹਾ ਸੰਗੀਨ ਆਰੋਪ ਜਿਹਦੇ ਵਾਸਤੇ ਪੁਲਿਸ ਕੋਰਟ ਦੇ ਆਦੇਸ਼ ਦਾ ਇੰਤਜ਼ਾਰ ਨਹੀਂ ਕਰਦੀ ਅਤੇ ਪਹਿਲਾਂ ਹੀ ਤੁਹਾਨੂੰ ਅਰੈਸਟ ਕਰ ਲੈਂਦੀ ਆ, ਉਹਨੂੰ ਕਹਿੰਦੇ ਆ ਕੋਗਨੀਜ਼ੇਬਲ ਓਫੈਂਸ, ਇਸ ਤਰੀਕੇ ਦਾ ਗੁਨਾਹ। ਸੋ ਲਾਓ ਜੀ ਟਿਕ। ਨੈਕਸਟ ਅੱਗੇ ਆ ਜਾਓ ਜੀ ਅਗਲੇ ਸਵਾਲ 'ਤੇ। ਸਵਾਲ ਕੀ ਕਹਿੰਦਾ ਹੈ? ਕਹਿੰਦਾ ਅਮਰੀਕਾ ਦੇ ਵਿੱਚ ਜਦੋਂ 50 ਤੋਂ 60 ਦੇ ਦਹਾਕੇ 'ਚ ਉੱਥੇ ਸਿਵਲ ਰਾਈਟਸ ਮੂਵਮੈਂਟ ਚੱਲੀ ਸੀਗੀ, ਸਿਵਲ ਅਧਿਕਾਰਾਂ ਦੀ ਮੂਵਮੈਂਟ ਚੱਲੀ ਸੀਗੀ, ਮਨੁੱਖੀ ਅਧਿਕਾਰਾਂ ਦੀ, ਜਦੋਂ ਕਿ ਆਮ ਲੋਕਾਂ ਦੇ ਅਧਿਕਾਰਾਂ ਦੀ ਲਹਿਰ ਚੱਲੀ ਸੀ, ਤਾਂ ਇਹ ਨਾ ਅਸਲ 'ਚ ਉਹਨਾਂ ਸਮਿਆਂ 'ਚ ਔਰਤਾਂ ਦੀ ਅਤੇ ਜਿਹੜੇ ਉੱਥੇ ਵਿਚਾਰੇ ਕਾਲੇ ਸੀਗੇ ਉਹਨਾਂ ਦੇ ਹੱਕ 'ਚ ਇੱਕ ਬਹੁਤ ਵੱਡੀ ਲਹਿਰ ਅਮਰੀਕਾ 'ਚ ਚੱਲਦੀ ਆ, ਠੀਕ ਆ। ਸੋ ਇਹਨੂੰ ਬੇਸਿਕਲੀ ਲੀਡ ਕੀਤਾ ਸੀ ਰੋਜ਼ਾ ਪਾਰਕ ਨੇ। ਇਹ ਆਪਾਂ ਸਿੱਧੇ ਤੌਰ 'ਤੇ ਤਾਂ ਨਹੀਂ, ਪਰ ਵਿਸ਼ਵ ਇਤਿਹਾਸ 'ਚ ਇਹਦਾ ਥੋੜ੍ਹਾ ਜਿਹਾ ਜ਼ਿਕਰ ਆਉਂਦਾ ਹੈ ਜਦੋਂ ਅਸੀਂ ਅਮਰੀਕਾ ਦੀ ਕ੍ਰਾਂਤੀ ਤੋਂ ਬਾਅਦ ਦਾ ਜ਼ਿਕਰ ਕਰਦੇ ਹਾਂ। ਸੋ NCERT ਦੇ ਵਿੱਚ ਇਹਦਾ ਜ਼ਿਕਰ ਹੈਗਾ ਹੈ, ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਮੈਨੂੰ ਲੱਗਦਾ ਨਹੀਂ ਹੈਗਾ। ਸੋ NCERT ਦਾ ਸ਼ਿਓਰ ਮੈਨੂੰ ਪਤਾ ਹੈ ਕਿ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ। ਅੱਗੇ ਆ ਜਾਓ ਜੀ ਅਗਲਾ ਸਵਾਲ। ਸਵਾਲ ਕੀ ਕਹਿੰਦਾ ਹੈ? ਕਹਿੰਦਾ ਭਾਰਤ ਦੇ ਵਿੱਚ ਜਿਹੜਾ ਸਟੇਟ ਹੁੰਦੀਆਂ ਹੈ, ਰਾਜਾਂ ਹੁੰਦੀਆਂ, ਰਾਜਾਂ ਦੀ ਜਿਹੜੀ ਵਿਧਾਨ ਪਾਲਿਕਾ ਹੁੰਦੀ ਆ, ਉਹਨਾਂ ਦੇ ਜਿਹੜੇ 2 ਸਦਨ ਹੁੰਦੇ ਇਹਨੂੰ ਕੀ ਕਹਿੰਦੇ ਆ? ਪਹਿਲੀ ਗੱਲ, ਭਾਰਤ ਦੇ ਵਿੱਚ ਸਾਰੀਆਂ ਰਾਜਾਂ ਦੇ ਵਿੱਚ 2 ਸਦਨ ਨਹੀਂ ਗੇ, ਇੱਕੋ ਹੀ ਸਦਨ ਆ। ਕੁਛ ਕੁ ਨੂੰ ਛੱਡ ਕੇ 6 ਇਹੋ ਜਿਹੀਆਂ ਰਾਜਾਂ ਨੇ, ਜਿਵੇਂ ਕਿ ਆਪਣੀ ਹੋ ਗਈ ਬਿਹਾਰ ਹੋ ਗਿਆ, ਆਪਣਾ ਮਹਾਰਾਸ਼ਟਰਾ ਹੋ ਗਿਆ, ਇਹ ਕੁਛ 6 ਸਟੇਟਾਂ ਨੇ ਟੋਟਲ ਮਿਲਾ ਕੇ। ਆਂਧਰਾ ਪ੍ਰਦੇਸ਼ ਹੋ ਗਈ, ਤੇਲੰਗਾਨਾ ਹੋ ਗਈ, ਜਿਨ੍ਹਾਂ 'ਚ 2 ਮਤਲਬ ਕਿ 2 ਸਦਨ ਹੈਗੇ ਆ, ਠੀਕ ਆ। ਕਰਨਾਟਕਾ ਵੀ ਇਹਨਾਂ 'ਚ ਆ ਜਾਂਦੀ ਆ। ਮੱਧ ਪ੍ਰਦੇਸ਼ ਅਤੇ ਵੈਸਟ ਬੰਗਾਲ ਇਹਦੀ ਮੰਗ ਕਰ ਰਹੇ ਆ, ਪਰ ਹਜੇ ਮਿਲੀ ਨਹੀਂ ਉਹਨਾਂ ਨੂੰ। ਤਾਂ ਕਹਿੰਦੇ ਵੈਸੇ ਤਾਂ ਦੇਖੋ ਜੇ ਕੇਂਦਰ 'ਚ 2 ਸਦਨ ਨੇ ਤਾਂ ਇੱਕ ਨੂੰ ਰਾਜ ਸਭਾ ਅਤੇ ਇੱਕ ਨੂੰ ਲੋਕ ਸਭਾ ਕਹਿੰਦੇ ਆ। ਸੂਬਿਆਂ ਦੇ ਵਿੱਚ, ਸਟੇਟਾਂ ਦੇ ਵਿੱਚ ਉਹਨੂੰ ਕਹਿੰਦੇ ਆ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਸੋ ਜੇ ਕੋਈ ਪੁੱਛੇ ਕਿ ਰਾਜਾਂ 'ਚ, ਸਟੇਟਸ ਦੇ ਵਿੱਚ ਪੁੱਛਿਆ ਹੈ, ਤਾਂ ਉਹਨੂੰ ਕਹਿੰਦੇ ਆ ਲੈਜਿਸਲੇਟਿਵ ਕੌਂਸਲ,
ਤੇ ਲੈਜਿਸਲੇਟਿਵ ਅਸੈਂਬਲੀ, ਵਿਧਾਨ ਪਰਿਸ਼ਦ ਤੇ ਵਿਧਾਨ ਸਭਾ। ਸੋ ਟੈਕਨੀਕਲੀ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਸਹੀ ਨਾਮ ਆ ਉਹਦਾ, ਲਾਓ ਟਿਕ। ਸੋ ਸਮਝ ਆ ਗਈ ਆ ਚੀਜ਼। ਇਹ ਸਿਰਫ 6 ਸਟੇਟਾਂ 'ਚ ਮੌਜੂਦ ਆ ਭਾਰਤ 'ਚ। ਸਵਾਲ ਨੰਬਰ 127, ਸਵਾਲ ਨੰਬਰ 127 ਕੀ ਕਹਿੰਦਾ ਹੈ? ਸਵਾਲ ਨੰਬਰ 127 ਕਹਿੰਦਾ ਹੇਠ ਲਿਖਿਆਂ 'ਚੋਂ ਕਿਹੜੀ ਚੀਜ਼ ਜਿਹੜੀ ਆ ਉਹ ਮੈਚ ਨਹੀਂ ਕਰਦੀ। ਹੁਣ ਮੈਂ ਨਹੀਂ ਜਾਣਦਾ ਕਿ ਤੁਹਾਨੂੰ ਕਿੰਨਾ ਕੁ ਪਤਾ ਹੈ, ਪਰ ਇੱਕ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਭਾਗ 3 ਦੇ ਵਿੱਚ 12 ਤੋਂ 35 ਤੱਕ ਜਿਹੜੇ ਅਨੁਛੇਦ ਨੇ, ਉਹਨਾਂ 'ਚ ਬੁਨਿਆਦੀ ਅਧਿਕਾਰਾਂ ਦਾ, ਫੰਡਾਮੈਂਟਲ ਰਾਈਟਸ ਦਾ ਜ਼ਿਕਰ ਕੀਤਾ ਗਿਆ ਹੈ। ਠੀਕ ਹੈ। ਸੋ 14 ਤੋਂ ਲੈ ਕੇ 18 ਤੱਕ ਇਕੁਐਲਿਟੀ ਦੇ ਰਾਈਟ ਨੇ, 15 ਤੋਂ ਲੈ ਕੇ 19 ਤੱਕ ਆਜ਼ਾਦੀ ਦੇ ਰਾਈਟ ਨੇ, ਸ਼ੋਸ਼ਣ ਦੇ ਖਿਲਾਫ ਹੈਗੇ ਆ ਆਪਣੇ 23 ਤੋਂ 24, ਧਾਰਮਿਕ ਆਜ਼ਾਦੀ ਦੇ 25 ਤੋਂ 28, ਸੱਭਿਆਚਾਰਕ ਤੇ ਵਿੱਦਿਅਕ ਅਧਿਕਾਰ 29 ਤੋਂ 30, ਤੇ ਆਪਣੇ ਕੌਨਸਟੀਟਿਊਸ਼ਨਲ ਰੈਮੇਡੀ ਮਤਲਬ ਸੰਵਿਧਾਨਕ ਉਪਚਾਰ ਦਾ ਅਧਿਕਾਰ ਆਰਟੀਕਲ 32 ਆ। 21A ਵਿੱਦਿਆ ਦਾ ਅਧਿਕਾਰ ਆ, ਜਿਹਨੂੰ 86ਵੀਂ ਸੰਵਿਧਾਨਕ ਸੋਧ ਨਾਲ ਬਾਅਦ 'ਚ ਐਡ ਕੀਤਾ ਗਿਆ ਸੀ। ਇਹ ਐਕਸੈਪਸ਼ਨਲ ਆ। ਸੋ ਮੋਟੇ ਤੌਰ 'ਤੇ ਸਾਡੇ ਸੰਵਿਧਾਨ 'ਚ 6 ਅਧਿਕਾਰ ਨੇ। 31 'ਚ ਜਾਇਦਾਦ ਦਾ ਅਧਿਕਾਰ ਹੁੰਦਾ ਸੀ, ਉਹਨੂੰ 44ਵੀਂ ਸੰਵਿਧਾਨਕ ਸੋਧ ਨਾਲ ਖਤਮ ਕਰ ਦਿੱਤਾ ਗਿਆ। ਤੇ ਪਹਿਲਾਂ ਓਰੀਜਨਲ ਸੰਵਿਧਾਨ 'ਚ, ਮੂਲ ਸੰਵਿਧਾਨ 'ਚ 7 ਤੇ ਹੁਣ 6 ਸੰਵਿਧਾਨਕ ਅਧਿਕਾਰ ਆ। ਪਰ ਇਹਨਾਂ ਨੂੰ ਐਲੈਬੋਰੇਟ ਕਰੀਏ ਤਾਂ ਬਹੁਤ ਬਣ ਜਾਂਦੇ ਆ। ਹੁਣ ਇੰਨੀ ਡਿਟੇਲ 'ਚ ਤਾਂ ਮੈਂ ਜਾਣਾ ਨਹੀਂ। ਕਹਿੰਦੇ ਐਸੋਸੀਏਸ਼ਨਾਂ ਬਣਾਉਣ ਦਾ ਅਧਿਕਾਰ 19 ਦੇ ਵਿੱਚ ਮਿਲਿਆ ਹੋਇਆ ਕਿ ਨਹੀਂ ਮਿਲਿਆ? ਬਿਲਕੁਲ ਸਹੀ ਮਿਲਿਆ ਹੋਇਆ। 19 ਦੇ ਵਿੱਚ 6 ਅਧਿਕਾਰ ਨੇ, ਬੋਲਣ ਦਾ ਅਧਿਕਾਰ, ਸੰਸਥਾਵਾਂ ਬਣਾਉਣ ਦਾ ਅਧਿਕਾਰ, ਕਿਤੇ ਵੀ ਜਾਣ ਦਾ ਅਧਿਕਾਰ, ਐਵੇਂ ਦੇ ਅਧਿਕਾਰ ਨੇ। ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਆਰਟੀਕਲ 32 'ਚ, ਕਿ ਜੇ ਤੁਹਾਡੇ ਅਧਿਕਾਰ ਖੋਏ ਜਾਣ ਤੁਸੀਂ ਸਿੱਧਾ ਕੋਰਟ ਜਾ ਸਕਦੇ ਹੋ, ਇਹ ਵੀ ਬਿਲਕੁਲ ਸਹੀ ਆ। ਕਹਿੰਦੇ ਜੇ ਕੋਈ ਬੰਦਾ ਕਿਸੇ ਵੀ ਓਫੈਂਸ, ਦੋਸ਼ 'ਚ ਦੋਸ਼ੀ ਪਾਇਆ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਫਿਰ ਵੀ ਅਧਿਕਾਰ ਨੇ ਕਿ ਉਹਦੇ ਖਿਲਾਫ ਉਹਦੀ ਆਪਣੀ ਗਵਾਹੀ ਨਹੀਂ ਚੱਲ ਸਕਦੀ, ਇੱਕ ਕੇਸ 'ਚ 2 ਵਾਰ ਸਜ਼ਾ ਨਹੀਂ ਹੋ ਸਕਦੀ, ਐਵੇਂ ਦੇ 3 ਉਪਚਾਰ ਉਹਨੂੰ ਮਿਲੇ, ਵੀ ਬਿਲਕੁਲ ਸਹੀ ਆ। ਜ਼ਿੰਦਗੀ ਦੀ ਸੁਰੱਖਿਆ ਦਾ ਅਧਿਕਾਰ, ਇਹ 21 ਆਰਟੀਕਲ ਆ ਜੀ। ਸੋ ਇਹ ਆਨਸਰ ਸਹੀ ਬਣ ਗਿਆ। ਤੁਸੀਂ ਕਹੋਗੇ 15 ਕੀ ਆ? 15 ਰਾਈਟ ਜਿਹੜਾ ਏ ਉਹ ਸਾਨੂੰ ਹੈਗਾ ਏ ਕਿ ਸਟੇਟ, ਰਾਜ ਸਾਡੇ ਖਿਲਾਫ ਕੋਈ ਵੀ ਭੇਦਭਾਵ ਨਹੀਂ ਕਰ ਸਕਦਾ। ਠੀਕ ਆ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਖੈਰ ਆ ਜਾਓ ਅੱਗੇ ਆਰਟੀਕਲ 100, ਸਵਾਲ 128। ਅਸਲ ਦੇ ਵਿੱਚ ਨਾ ਆਪਾਂ ਬਹੁਤ ਜ਼ਿਆਦਾ ਡਿਟੇਲ 'ਚ ਜੇ ਪੇਪਰ ਸੋਲਵ ਕਰਨ ਲੱਗ ਪਏ ਤਾਂ ਨਹੀਂ ਜਾਵਾਂਗੇ, ਪਰ ਐਟਲੀਸਟ ਪਤਾ ਤਾਂ ਹੋਵੇ ਕਿ ਕੀ ਕਰਨਾ ਹੈ। ਕਹਿੰਦੇ ਇਹੋ ਜਿਹਾ ਕਾਨੂੰਨ ਜਿਹੜਾ ਕਿ ਬਹੁਤ ਦਰਦਨਾਕ ਜ਼ਾਲਮਾਨਾ ਤਰੀਕੇ ਨਾਲ ਇਨਸਾਨ ਨੂੰ ਉਹਦੇ ਬੁਨਿਆਦੀ ਬੋਲਣ ਤੋਂ ਤੇ ਆਪਣੀ ਬੋਲਣ ਤੋਂ ਤੇ ਉਹਦੇ ਕਿਤੇ ਵੀ ਸਭਾ ਲਾਉਣ ਦੇ ਅਧਿਕਾਰ ਤੋਂ ਵਰਜੇ, ਮਤਲਬ ਉਸ ਕਾਨੂੰਨ ਨੂੰ ਕੀ ਕਹਿੰਦੇ ਆ? ਜਿਹੜਾ ਜ਼ਾਲਮਾਨਾ ਤਰੀਕੇ ਨਾਲ ਲੋਕਾਂ ਨੂੰ ਕਾਬੂ ਕਰਦੇ ਹਨ ਤੇ ਉਹਨਾਂ ਦੀ ਬੋਲਣ ਤੇ ਇਕੱਠੇ ਹੋਣ ਦੀ ਅਧਿਕਾਰ ਨੂੰ ਵਰਗੇ ਮੌਲਿਕ ਅਧਿਕਾਰਾਂ ਨੂੰ ਵਰਤਣ ਤੋਂ ਵਰਜਦੇ ਆ। ਹੁਣ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ। ਤੁਸੀਂ ਕਦੀ ਸੁਣਿਆ, ਤੁਸੀਂ ਨਾ ਕਿਵੇਂ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣੇ ਆ? ਤੁਸੀਂ ਨਾ ਕਦੀ ਸੁਣਿਆ ਕਰੋ ਕਿ ਬਈ ਫਲਾਣੀ ਜਗ੍ਹਾ 'ਤੇ ਹੜਤਾਲ ਕਰਨੀ ਸੀ ਤੇ ਬਾਦਲਾਂ ਦੀ ਸਰਕਾਰ ਨੇ, ਕੈਪਟਨ ਦੀ ਸਰਕਾਰ ਨੇ, ਚੰਨੀ ਜੀ ਦੀ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ, ਮੋਦੀ ਜੀ ਦੀ ਸਰਕਾਰ ਨੇ, ਮਨਮੋਹਨ ਸਿੰਘ ਦੀ ਸਰਕਾਰ ਨੇ ਬੜੀਆਂ ਦਮਨਕਾਰੀ ਨੀਤੀਆਂ ਅਪਣਾ ਕੇ ਸਾਡੇ ਅੰਦੋਲਨ ਨੂੰ ਕੁਚਲਤਾ। ਆਪਣੇ ਆਪ ਹੀ ਸ਼ਬਦ ਆ ਗਿਆ ਕਿ ਦਮਨਕਾਰੀ। ਤੁਹਾਡੇ ਮੌਲਿਕ ਅਧਿਕਾਰਾਂ ਨੂੰ ਜਦੋਂ ਸਰਕਾਰ ਕੁਚਲਦੀ ਆ ਨਾ, ਤਾਂ ਉਹ ਸਰਕਾਰ ਦੀਆਂ ਰਿਪਰੈਸਿਵ ਪਾਲਿਸੀਜ਼ ਹੁੰਦੀਆਂ ਏ, ਉਹਨਾਂ ਨੂੰ ਕਹਿੰਦੇ ਆ ਦਮਨਕਾਰੀ ਨੀਤੀਆਂ। ਸੋ ਆਪਣੇ ਆਪ 'ਚ ਉਹ ਦੇਸ਼ ਦਰੋਹ ਵੀ ਨਹੀਂ, ਸੈਡੀਸ਼ਨ ਵੀ ਨਹੀਂ, ਉਹ ਵਿਕਾਸ ਵੀ ਨਹੀਂ ਕਿਸੇ ਪ੍ਰਕਾਰ ਦਾ, ਉਹ ਕਿਸੇ ਪ੍ਰਕਾਰ ਦੀ ਆਲੋਚਨਾ ਵੀ ਨਹੀਂ, ਉਹ ਦਮਨ ਆ, ਦਬਾ ਦੇਣਾ ਕਿਸੇ ਨੂੰ। ਸੋ ਟੈਕਨੀਕਲੀ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਆਪਣੇ ਕੋਲੋਂ ਹੀ ਮਿਲ ਜਾਣਾ ਹੁੰਦਾ ਹੈ। ਆ ਜਾਓ ਜੀ 129ਵੇਂ ਸਵਾਲ 'ਤੇ। ਅਫਰੀਕਾ ਦੇ ਵਿੱਚ ਜਿਹੜੀਆਂ 50-60 ਦੇ ਦਹਾਕੇ 'ਚ ਜਿਹੜੀ ਮੂਵਮੈਂਟ ਚੱਲੀ ਸੀ, ਉਹਦਾ ਨਾਂ ਕੀ ਸੀ? ਇੱਕੋ ਜੋ ਸਿਵਲ ਰਾਈਟ ਮੂਵਮੈਂਟ। ਇਹ ਕਾਲਿਆਂ ਵਾਸਤੇ ਤੇ ਔਰਤਾਂ ਦੀ ਹੱਕਾਂ ਵਾਸਤੇ ਸੀ। ਸੋ ਇਹ ਮਾਰਟਿਨ ਲੂਥਰ ਕਿੰਗ ਇਹਦਾ ਬਿਤਾਜ ਬਾਦਸ਼ਾਹ ਹੋ ਕੇ ਨਿਕਲਿਆ ਸੀ ਉਦੋਂ। ਸੋ ਬਹੁਤ ਮਸ਼ਹੂਰ ਬੰਦਾ ਸੀ ਮਾਰਟਿਨ ਲੂਥਰ ਕਿੰਗ, ਜਿਹੜਾ ਇਸ ਅੰਦੋਲਨ 'ਚੋਂ ਨਿਕਲ ਕੇ ਬਾਹਰ ਆਇਆ ਸੀ। ਅੱਗੇ ਆ ਜਾਓ ਜੀ, ਬਹੁਤ ਵਧੀਆ ਸਵਾਲ ਪਾਏ ਆ। ਕਹਿੰਦੇ ਪੈਡੇਗੋਜੀ ਦੇ ਸਵਾਲ ਆ। ਹੁਣ ਬਹੁਤ ਇੰਪੋਰਟੈਂਟ ਗੱਲ ਆ ਕਿ ਵਿੱਦਿਆ ਪੱਧਤੀ, ਕਿਹੜੀ ਵਿੱਦਿਆ ਪੱਧਤੀ, ਕਿਹੜੀ ਪੈਡੇਗੋਜੀ ਜਿਹੜੀ ਆ ਉਹ ਜ਼ਰੂਰੀ ਆ। ਮੈਨੂੰ ਜਦੋਂ ਹੀ ਬੱਚਿਆਂ ਨੂੰ ਸੰਵਿਧਾਨਕ ਸੰਸਥਾਵਾਂ ਬਾਰੇ ਦੱਸਣਾ ਹੋਵੇ, ਹੁਣ ਮੰਨ ਲਓ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ, ਆਪਣੀ ਕਲਾਸ 'ਚ ਬੱਚੇ ਬੈਠੇ ਆ,
ਤੁਸੀਂ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਹੋ ਕਿ ਬੱਚਿਓ ਆਪਾਂ ਆਪਣੀ ਸੰਸਦ ਕਿਵੇਂ ਕੰਮ ਕਰਦੀ ਹੈ, ਤਾਂ ਤੁਸੀਂ ਕੀ ਕਰੋਗੇ? ਤਾਂ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਅਦਾਲਤਾਂ ਕਿਵੇਂ ਕੰਮ ਕਰਦੀਆਂ ਹੈ, ਤਾਂ ਤੁਸੀਂ ਬੱਚਿਆਂ ਦੀ ਇੱਕ ਮੌਕ ਪਾਰਲੀਮੈਂਟ ਬਣਾਓਗੇ, ਮਤਲਬ ਕਿ ਇੱਕ ਟੈਂਪਰੇਰੀ ਪਾਰਲੀਮੈਂਟ, ਤਾਂ ਕਿ ਉੱਥੇ ਵੱਧ ਤੋਂ ਵੱਧ ਡਿਬੇਟਾਂ ਡਿਸਕਸ਼ਨਸ ਹੋ ਸਕਣ ਤੇ ਬੱਚਿਆਂ ਦੀ ਮੌਕ ਪਾਰਲੀਮੈਂਟ ਤੋਂ ਪ੍ਰੈਕਟਿਸ ਕਰਾਈ ਜਾਊਗੀ। ਸੋ ਇਸ ਚੀਜ਼ ਨੂੰ ਆਪਾਂ ਮੌਕ ਪਾਰਲੀਮੈਂਟ, ਬਨਾਵਟੀ ਵਿਧਾਨ ਪਾਲਿਕਾ ਕਹਿੰਦੇ ਆ। ਸੋ ਇਹ ਬਹੁਤ ਇੰਪੋਰਟੈਂਟ ਟਰਮ ਆ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਕਿ ਬੱਚੇ ਨਾ ਸੈਕਟਰੀਏਟ ਬਣਿਆ, ਸਪੀਕਰ ਬਣਿਆ, ਇਹ ਇੱਕ ਆਪਣੇ ਆਪ 'ਚ ਮੌਕ ਪਾਰਲੀਮੈਂਟ ਆ। ਸੋ ਮੌਕ ਪਾਰਲੀਮੈਂਟ ਦਾ ਮਤਲਬ ਹੁੰਦਾ ਕਿ ਬਹਿਸ ਵਿਚਾਰ ਵਟਾਂਦਰੇ ਤੇ ਇੱਕ ਦੂਜੇ ਦੇ ਨਾਲ ਡਿਬੇਟ ਕਰਨ ਵਾਸਤੇ ਜਿਹੜੀ ਚੀਜ਼ ਬਣਦੀ ਆ। ਸੋ ਬੀਇੰਗ ਅ ਟੀਚਰ, ਤੁਹਾਨੂੰ ਅਧਿਆਪਕ ਹੋਣ ਦੇ ਨਾਤੇ ਆਹ ਗੱਲਾਂ ਜੇ ਨਾ ਪਤਾ ਹੋਈਆਂ ਫਿਰ ਤਾਂ ਔਖਾ ਕੰਮ ਤੁਹਾਡਾ। ਆ ਜਾਓ ਅੱਗੇ। ਪੈਡਾਗੋਜੀ ਨਾਲ ਸੰਬੰਧਿਤ ਸਵਾਲ ਨੇ, ਪਰ ਮੈਂ ਤੁਹਾਡੀ ਜਾਣਕਾਰੀ ਲਈ ਉਸ ਤੋਂ ਪਹਿਲਾਂ ਦੱਸਦਾ ਕਿ ਮਾਸਟਰ ਕਲਾਸਿਸ ਦੇ ਇਸ ਨੰਬਰ ਤੋਂ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਤੇ ਮੈਂ ਇਹ ਦੱਸਦਾ ਕਿ ਸਾਡੀ ਐਪ ਜਦੋਂ ਡਾਊਨਲੋਡ ਕਰੋਗੇ ਨਾ ਤੁਸੀਂ, ਤਾਂ ਤੁਹਾਡੇ ਟੈਬਸ ਬਣੀਆਂ ਹੋਣਗੀਆਂ। ਪੰਜਾਬ ਜੌਬਸ ਦੇ ਟੈਬ ਦੇ ਅੰਦਰ PSSB ਦੇ ਕੋਰਸ ਨੇ, ਟੀਚਿੰਗ ਕੋਰਸ ਦੇ ਟੈਬ ਦੇ ਅੰਦਰ ਟੀਚਿੰਗ ਦੇ ਕੋਰਸ ਨੇ। ਨਹੀਂ ਕੁਝ ਸਮਝ ਆਊਗਾ ਤੁਸੀਂ ਇਸ ਨੰਬਰ 'ਤੇ ਕਾਲ ਕਰ ਲਓ। ਤੇ ਹੋਰ ਤੁਹਾਡੀ ਜਾਣਕਾਰੀ ਲਈ ਦੱਸਦਾ, ਤੁਹਾਡੇ ਨੇੜੇ ਜੇ ਕੋਈ ਵੀ PSSB ਦੇ ਪੇਪਰਾਂ ਦੀ ਤਿਆਰੀ ਕਰਦਾ ਹੈ, ਉਹਨੂੰ ਸਾਡੇ ਕੋਲ PCS ਦੀ ਤਿਆਰੀ ਪੰਜਾਬੀ ਮੀਡੀਅਮ 'ਚ ਕਰਨਾ ਚਾਹੁੰਦਾ ਹੈ, PPSC ਦੇ ਵਧੀਆ ਪੇਪਰਾਂ ਦੀ, ਨੈਬ ਵਗੈਰਾ ਦੀ ਤਿਆਰੀ, ਇੱਥੋਂ ਤੱਕ ਜੇ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਦਾ ਲੋਗੋ ਆ, ਐਂਡਰੋਇਡ 'ਤੇ ਨਾਮ, ਆਈਫੋਨ 'ਤੇ ਸਾਡੀ ਐਪ ਦਾ ਨਾਮ, ਤੇ ਉੱਥੇ ਆ ਕੋਡ ਭਰ ਕੇ ਫਿਰ ਚੱਲੂਗੀ ਐਪ। ਤੇ ਸਾਨੂੰ ਆਫਲਾਈਨ ਤੇ ਆਨਲਾਈਨ ਤੁਸੀਂ ਆ ਸਾਰੇ ਪੇਪਰਾਂ ਵਾਸਤੇ ਜਦੋਂ ਐਪ ਡਾਊਨਲੋਡ ਕੀਤੀ, ਅੱਗੇ ਟੈਬਸ ਖੁੱਲ੍ਹ ਜਾਂਦੀਆਂ ਐਵੇਂ। ਇੱਕ ਟੈਬ ਦਾ ਨਾਮ ਆ PCS IAS, ਇੱਕ ਦਾ ਨਾਮ ਕੁਛ ਇੱਥੇ ਟੀਚਿੰਗ ਕੋਰਸਿਸ, ਉਹਨੂੰ ਕਲਿੱਕ ਕਰੋ, ਉੱਥੇ ਤੁਸੀਂ ਆਪਣੇ ਟੀਚਿੰਗ ਨਾਲ ਸੰਬੰਧਿਤ ਕੋਰਸ ਦੇਖ ਸਕਦੇ ਹੋ। ਖੈਰ ਅੱਗੇ ਆ ਜਾਓ, ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਆਪਾਂ। ਪਹਿਲਾਂ ਕੁਆਲਿਟੀ ਕੰਟੈਂਟ ਨੂੰ ਚੰਗੀ ਤਰ੍ਹਾਂ ਸਮਝੋ ਕਿ ਅਸੀਂ ਜੋ ਪੜ੍ਹਾਵਾਂਗੇ ਜਾਂ ਜੋ ਅਸੀਂ ਪੈਡਾਗੋਜੀ ਤਿਆਰ ਕੀਤੀ ਆ ਵਾਕਈ ਉਸ ਪੱਧਰ ਦੀ ਹੈਗੀ ਹੈ ਜਿਸ ਪੱਧਰ ਦੀ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। ਕਹਿੰਦੇ ਬਲੂਮ ਦੀ ਟੈਕਸੋਨੋਮੀ ਜਿਹੜੀ ਆ, ਉਹਦੇ 'ਚ ਇੰਸਟਰਕਸ਼ਨਲ ਆਬਜੈਕਟਿਵ ਨਾਲ ਸੰਬੰਧਿਤ ਇਹਨਾਂ 'ਚੋਂ ਕਿਹੜੀ ਕੈਟੇਗਰੀ ਉਹਨਾਂ 'ਚੋਂ ਸੰਬੰਧਿਤ ਨਹੀਂ। ਦੇਖੋ ਪੜ੍ਹਾਉਣ ਦੇ ਮਾਮਲੇ 'ਚ ਅਸੀਂ ਜਿਹੜਾ ਬਲੂਮ ਸੀਗਾ ਉਹਦੀ ਟੈਕਸੋਨੋਮੀ ਨੂੰ ਸਮਝਦੇ ਹਾਂ, ਠੀਕ ਆ। ਤੇ ਸਾਨੂੰ ਪਤਾ ਹੈ ਕਿ ਉਹਦੇ ਕਈ ਅਸਿਸਟੈਂਟਾਂ ਨੇ ਉਹਦੇ ਨਾਲ ਉਦੋਂ ਤੱਕ ਕੰਮ ਕੀਤਾ ਜਦੋਂ ਤੱਕ 1999 'ਚ ਉਹਦੀ ਮੌਤ ਨਹੀਂ ਹੋ ਜਾਂਦੀ। ਉਹਦੀ ਮੌਤ ਤੋਂ 2 ਸਾਲ ਬਾਅਦ ਉਹਦੀ ਟੈਕਸੀਮੋਨੀ ਹੈ ਜਿਹੜੀ ਬੇਸਿਕਲੀ ਉਹਨੂੰ ਰਿਵਾਈਜ਼ ਹੋ ਕੇ ਆਉਂਦੀ ਆ, ਠੀਕ ਆ। ਉਹਦੀ ਜਿਹੜੀ ਨਿਯਮਾਵਲੀ ਆ, ਵਰਗੀਕਰਨ ਆ, ਉਹ ਰਿਵਾਈਜ਼ ਹੋ ਕੇ ਆਉਂਦਾ ਹੈ। ਸੋ ਉਹਦੇ 'ਚ ਕਹਿੰਦੇ ਰਿਮੈਂਬਰਿੰਗ, ਇਵੈਲੂਏਟਿੰਗ, ਕ੍ਰੀਏਟਿੰਗ ਤੇ ਸਿੰਥੇਸਾਈਜ਼, ਇਹਨਾਂ 'ਚੋਂ ਕਿਹੜਾ ਸ਼ਬਦ ਉਹਦੇ 'ਚ ਸ਼ਾਮਲ ਨਹੀਂ ਸੀਗਾ। ਦੇਖੋ ਇੱਕ ਚੀਜ਼ ਮੈਂ ਦੱਸਦਾ, ਜੇ ਅਸੀਂ ਬਲੂਮ ਦੇ ਵਰਗੀਕਰਨ ਪੜ੍ਹਾਈ ਨੂੰ ਲੈ ਕੇ, ਉਹ ਸਭ ਤੋਂ ਪਹਿਲਾਂ ਇੱਕ ਗੱਲ ਕਹਿੰਦਾ ਹੁੰਦਾ ਸੀ ਜੋ ਉਹਨੇ ਆਪ ਬਣਾਇਆ ਸੀ 1956 'ਚ। ਉਹ ਸਭ ਤੋਂ ਪਹਿਲਾਂ ਗੱਲ ਕਰਦਾ ਸੀ ਕਿ ਜਾਣਕਾਰੀ ਤੋਂ ਬਾਅਦ ਉਹਦਾ ਨਿਚੋੜ ਕੰਪਰੀਹੈਂਸ਼ਨ, ਫਿਰ ਤੁਸੀਂ ਉਹਦੇ 'ਤੇ ਬੇਸਡ ਐਗਜ਼ਾਮਪਲਸ, ਮਤਲਬ ਕਿ ਐਪਲੀਕੇਸ਼ਨ, ਉਹਦੇ 'ਤੇ ਬੇਸਡ ਕੋਈ ਕਿਰਤ ਕਰਨੀ ਆ, ਫਿਰ ਤੁਸੀਂ ਉਸ ਚੀਜ਼ ਨਾਲ ਨਿਚੋੜ ਕੱਢਣਾ ਹੈ, ਫਿਰ ਤੁਸੀਂ ਉਸ ਚੀਜ਼ ਨੂੰ ਤੋੜਨਾ ਹੈ, ਐਨਾਲਿਸਿਸ ਕਰਨਾ ਹੈ ਉਸ ਚੀਜ਼ ਨੂੰ, ਫਿਰ ਉਹਦਾ ਸਿੰਥੇਸਾਈਜ਼ ਕਰਨਾ ਹੈ, ਸੰਸ਼ਲੇਸ਼ਣ, ਤੇ ਫਿਰ ਉਹਦਾ ਨਿਰੀਖਣ ਕਰਨਾ ਹੈ, ਐਵੈਲੂਏਟ ਕਰਨਾ ਹੈ। ਇਹ ਕੀ ਮਤਲਬ ਆ? ਜੇ ਤੁਸੀਂ ਕਹੋਗੇ ਕਿ ਸਰ ਇਹਨੂੰ ਕਲੀਅਰ ਕਰ ਦਿਓ, ਦੇਖੋ ਸਭ ਤੋਂ ਪਹਿਲੀ ਗੱਲ ਇਹ ਆ ਨੌਲੇਜ ਦਾ ਮਤਲਬ ਆ, ਮੰਨ ਲਓ ਤੁਸੀਂ ਸਭ ਤੋਂ ਪਹਿਲਾਂ ਬੀਇੰਗ ਅ ਟੀਚਰ ਗਿਆਨ ਵੰਡਿਆ, ਉਸ ਤੋਂ ਬਾਅਦ ਕੰਪਰੀਹੈਂਸ਼ਨ, ਉਸ ਚੀਜ਼ ਨੂੰ ਤੁਸੀਂ ਕੰਪਰੀਹੈਂਸ ਕੀਤਾ, ਬਿਲਕੁਲ ਉਹਦਾ ਤੁਹਾਡੇ ਕੋਲ ਇੱਕ ਗਿਆਨ ਆ, ਤੁਸੀਂ ਉਸ ਗਿਆਨ ਨੂੰ ਉਦਾਹਰਨਾਂ ਦੇ ਤੌਰ 'ਤੇ ਉਦਾਹਰਨਾਂ ਦੇ ਕੇ ਬੱਚੇ ਤੱਕ ਪਹੁੰਚਾਇਆ। ਉਸ ਤੋਂ ਬਾਅਦ ਉਹਦੀਆਂ ਐਪਲੀਕੇਸ਼ਨਸ ਆਈਆਂ, ਦੱਸਿਆ ਉਦਾਹਰਨਾਂ ਦੇ ਕੇ ਕਿ ਇਹ ਇੱਥੇ ਕੰਮ ਆਉਂਦਾ ਹੈ, ਆਹ ਚੀਜ਼ ਐਵੇਂ ਕੰਮ ਆਉਂਦੀ ਆ, ਇਸ ਚੀਜ਼ ਦਾ ਆਹ ਜ਼ਿੰਦਗੀ 'ਚ ਰੋਲ ਆ, ਇਹਦਾ ਆਹ ਹੈ। ਉਸ ਤੋਂ ਬਾਅਦ ਆਉਂਦਾ ਐਨਾਲਿਸਿਸ, ਤੁਸੀਂ ਉਹਦਾ ਐਨਾਲਿਸਿਸ ਕਰਨਾ ਹੈ, ਮੀਨਸ ਕਿ ਉਹਨੂੰ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਉਹਨੂੰ ਟੋਹ ਕੇ ਦੇਖਣਾ ਹੈ, ਉਹਨੂੰ ਸੈਗਰੀਗੇਟ ਕਰ ਲੈਣਾ ਕਿ ਅੱਛਾ ਆਪਾਂ ਇੰਨੇ ਹਿੱਸੇ ਨੂੰ ਸਮਝਿਆ, ਇੰਨੇ ਹਿੱਸੇ ਨੂੰ ਅੱਡ ਸਮਝਿਆ, ਇੰਨੇ ਹਿੱਸੇ ਨੂੰ ਜੋ ਤੁਸੀਂ ਪਾਠਕ੍ਰਮ ਪੜ੍ਹਾਇਆ ਹੈ, ਠੀਕ ਆ, ਉਹਨੂੰ ਫਿਰ ਉਹਨੇ ਤੋੜਿਆ। ਫਿਰ ਉਸ ਤੋਂ ਬਾਅਦ ਜਦੋਂ ਪੇਪਰਾਂ ਦੇ ਵੇਲੇ ਉਸ ਸਾਰੇ ਨੂੰ ਫਿਰ ਜੋੜਨਾ, ਸੰਸਲੇਸ਼ਨ, ਉਹਨੂੰ ਜੋੜਨਾ ਹੈ, ਠੀਕ ਆ। ਕਿਉਂਕਿ ਜੇ ਆਪਾਂ ਸਾਰਾ ਕੁਝ ਅੱਡ ਕਰਕੇ ਪੜ੍ਹਿਆ, ਆਹ ਚੀਜ਼ ਪੜ੍ਹ ਲਈ, ਆਹ ਵੀ ਚੈਪਟਰ ਅੱਡ ਪੜ੍ਹ ਲਿਆ, ਆਹ ਵੀ ਅੱਡ ਪੜ੍ਹ ਲਿਆ, ਆਹ ਵੀ, ਫਿਰ ਉਹਨੂੰ ਜੋੜਨਾ ਹੈ। ਫਿਰ ਜਦੋਂ ਪੇਪਰ 'ਚ ਪੈਂਦੇ ਆ ਤਾਂ ਫਿਰ ਉਹਦੀ ਐਵੈਲੂਏਸ਼ਨ ਹੁੰਦੀ ਆ। ਬਲੂਮ ਦੀ ਟੈਕਸੋਨੋਮੀ ਨੂੰ ਸਿਰਫ ਪੜ੍ਹਾਈ ਤੱਕ, ਪੇਪਰਾਂ ਤੱਕ ਸੀਮਿਤ ਨਾ ਕਰਕੇ ਉਹਨੂੰ ਅੱਗੇ ਹੋਰ ਸੋਧਿਆ ਉਹਦੇ ਚੇਲਿਆਂ ਦੁਆਰਾ। ਸੋ ਫਿਰ ਉੱਥੇ ਹੋਰ ਕੁਛ ਨਹੀਂ ਹੋਇਆ। ਨੌਲੇਜ ਦੀ ਜਗ੍ਹਾ 'ਤੇ ਸ਼ਬਦ ਆ ਗਿਆ ਰਿਮੈਂਬਰਿੰਗ, ਯਾਦ ਕਰਨਾ, ਕੰਪਰੀਹੈਂਸ਼ਨ ਦੀ ਜਗ੍ਹਾ 'ਤੇ ਸਮਝ ਡਿਵੈਲਪ ਕਰਨੀ, ਐਪਲੀਕੇਸ਼ਨਸ ਦੀ ਜਗ੍ਹਾ 'ਤੇ ਅਪਲਾਈਂਗ ਆ ਗਿਆ ਕਿ ਉਹਨੂੰ ਲਾਗੂ ਕਿਵੇਂ ਕਰਨਾ ਹੈ, ਫਿਰ ਐਨਾਲਿਸਿਸ ਦੀ ਜਗ੍ਹਾ 'ਤੇ ਐਨਾਲਾਈਜ਼ਿੰਗ,
ਕਿ ਉਹਨੂੰ ਫਿਰ ਉਹਨੂੰ ਐਨਾਲਾਈਜ਼ ਕਿਵੇਂ ਕਰਨਾ ਕਿ ਅੱਛਾ ਜੋ ਅਸੀਂ ਪੜ੍ਹਿਆ ਉਹ ਹੈ ਕੀ, ਉਹਨੂੰ ਰਿਲੇਟ ਕਿਵੇਂ ਕਰਨਾ ਨਿੱਜੀ ਜ਼ਿੰਦਗੀ ਦੀਆਂ ਸਾਡੀਆਂ ਚੀਜ਼ਾਂ ਨਾਲ, ਫਿਰ ਉਹਨੂੰ ਅਵੈਲਿਊਏਟ ਕਰਨਾ ਕਿ ਬਈ ਜਿਹੜੀ ਚੀਜ਼ ਨੂੰ ਅਸੀਂ ਇੰਪਲੀਮੈਂਟ ਕਰਕੇ ਦੇਖਿਆ ਕਿ ਅੱਛਾ ਸਾਨੂੰ ਪੜ੍ਹਾਇਆ ਕੀ ਗਿਆ। ਸਭ ਤੋਂ ਪਹਿਲਾਂ ਸਾਨੂੰ ਚੀਜ਼ਾਂ ਯਾਦ ਕਰਾਈਆਂ ਗਈਆਂ ਕਿ ਖੱਬੇ ਪਾਸੇ ਸੜਕ 'ਤੇ ਤੁਰਨਾ ਚਾਹੀਦਾ ਹੈ, ਐਵੇਂ ਕਰਨਾ ਚਾਹੀਦਾ ਹੈ, ਲਾਲ ਬੱਤੀ 'ਤੇ ਰੁਕਣਾ ਚਾਹੀਦਾ ਹੈ। ਫਿਰ ਅਸੀਂ ਉਹਦੀ ਆਪਣੇ ਅੰਦਰ ਸਮਝ ਡਿਵੈਲਪ ਕੀਤੀ ਦੇਖ ਕੇ ਕਿ ਅੱਛਾ ਐਵੇਂ ਹੋਊਗਾ, ਫਿਰ ਉਹਨੂੰ ਅਪਲਾਈ ਕਰਕੇ ਦੇਖਿਆ, ਫਿਰ ਜੋ ਅਪਲਾਈ ਕੀਤਾ ਉਹਨੂੰ ਐਨਾਲਾਈਜ਼ ਕੀਤਾ ਕਿ ਹਾਂ, ਫਿਰ ਉਹਨੂੰ ਐਵੈਲੂਏਟ ਕੀਤਾ ਕਿ ਬਿਲਕੁਲ ਸਹੀ ਗੱਲ ਆ ਕਿ ਅਸੀਂ ਚਲਾਨ ਤੋਂ ਬਚੇ ਹਾਂ, ਅਸੀਂ ਸਜ਼ਾ ਤੋਂ ਬਚੇ ਹਾਂ। ਫਿਰ ਉਹਨੂੰ ਐਨਾਲਾਈਜ਼ ਕਰਕੇ ਫਿਰ ਉਹ ਕ੍ਰੀਏਟ ਹੁੰਦੀ ਆ ਫਾਈਨਲੀ ਚੀਜ਼। ਸੋ ਇਹਦੇ 'ਚੋਂ ਇਹ ਪੁੱਛਿਆ ਗਿਆ ਕਿ ਉਹਦੇ 'ਚੋਂ ਕਿਹੜੀ ਚੀਜ਼ ਉਹਦੇ 'ਚ ਅਵੇਲੇਬਲ ਨਹੀਂ ਗੀ। ਸੋ ਅਸਲ ਦੇ ਵਿੱਚ ਜਿਹੜੀ 2001 ਦੀ ਸੋਧੀ ਹੋਈ ਅਮੈਂਡਮੈਂਟ ਆ ਉਹਦੇ 'ਚ ਸੰਸਲੇਸ਼ਨ ਨਹੀਂ ਹੈਗਾ, ਕਿਉਂ? ਸਿੰਥੇਸਿਸ ਦੀ ਜਗ੍ਹਾ 'ਤੇ ਐਵੈਲੂਏਟ ਕਰਨਾ ਆ ਗਿਆ ਸੀਗਾ। ਸੋ ਜ਼ਿਆਦਾ ਤਾਂ ਦੇਖੋ ਜਦੋਂ ਤੁਸੀਂ ਪੈਡਾਗੋਜੀ ਪੜ੍ਹੋਗੇ ਤਾਂ ਉਹਦੇ 'ਚ ਇਸ ਚੀਜ਼ ਦੀ ਬੜੀ ਐਲੈਬੋਰੇਸ਼ਨ ਆ, ਬਟ ਗੱਲ ਇਹ ਆ ਮਾੜਾ ਜਿਹਾ ਆਈਡੀਆ ਤਾਂ ਹੋਵੇ ਕਿ ਕਹਾਣੀ ਹੈ ਕੀ ਆ। ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਹੀ ਆ ਕਿ ਕਿਵੇਂ ਅਸੀਂ ਉਹਨਾਂ ਨੂੰ ਰਿਮੈਂਬਰ ਕਰਨ ਤੋਂ ਲੈ ਕੇ ਕ੍ਰੀਏਟ ਕਰਨ ਤੱਕ ਲੈ ਕੇ ਜਾਣਾ ਹੈ। ਖੈਰ ਅੱਗੇ ਆ ਜਾਓ, ਅਗਲਾ ਸਵਾਲ ਕਹਿੰਦੇ ਕਰੀਕੁਲਮ ਤੇ ਸਿਲੇਬਸ, ਪਾਠਕ੍ਰਮ ਤੇ ਸਿਲੇਬਸ 'ਚ ਕੀ ਫਰਕ ਆ। ਹੁਣ ਇੱਕ ਬੜੀ ਸਿੰਪਲ ਜੀ ਗੱਲ ਆ, ਤੁਸੀਂ ਕਹਿੰਦੇ ਹੋ ਕਿ NCERT ਵਾਲਿਆਂ ਨੇ ਤੁਹਾਡਾ NCF ਨੈਸ਼ਨਲ ਕਰੀਕੁਲਮ ਫਰੇਮਵਰਕ 2005 ਦੇ ਤਹਿਤ ਫਰੇਮਵਰਕ ਤਿਆਰ ਕੀਤਾ। ਫਰੇਮਵਰਕ ਇੱਕ ਬਹੁਤ ਵੱਡੀ ਟਰਮ ਹੁੰਦੀ ਹੈ, ਪਾਠਕ੍ਰਮ ਇੱਕ ਬਹੁਤ ਵੱਡਾ ਇੱਕ ਕਹਿ ਲਓ ਘੇਰਾ ਹੈ, ਜਿਹਦੇ ਅੰਦਰ ਸਿਰਫ ਇਹ ਨਹੀਂ ਦੱਸਿਆ ਜਾਂਦਾ ਕਿ ਫਲਾਣੀ ਕਲਾਸ 'ਚ ਕੀ ਸਿਲੇਬਸ 'ਚ, ਇਹ ਵੀ ਦੱਸਿਆ ਜਾਂਦਾ ਹੈ ਕਿ ਬੱਚਿਆਂ ਦੇ ਖੇਡਣ ਦਾ ਤਰੀਕਾ ਕੀ ਹੋਊਗਾ, ਬੈਠਣ ਦਾ ਤਰੀਕਾ ਕੀ, ਬੱਚਿਆਂ ਨੂੰ ਕੀ ਸਿਖਾਉਣਾ ਹੈ, ਬੱਚਿਆਂ ਨੂੰ ਕਿਵੇਂ ਕਰੀਕੁਲਮ ਐਕਟੀਵਿਟੀਜ਼ ਹੋਰ ਬਾਹਰੀ ਗਤੀਵਿਧੀਆਂ ਵਿੱਚ ਇੰਟਰਸਟ ਕ੍ਰੀਏਟ ਕਰਨਾ ਹੈ। ਕਰੀਕੁਲਮ ਪਾਠਕ੍ਰਮ ਤਾਂ ਬਹੁਤ ਵੱਡਾ ਸ਼ਬਦ ਆ, ਸਿਲੇਬਸ ਜਸਟ ਕੀ ਆ ਕਿ ਤੁਹਾਡੇ ਪੇਪਰ 'ਚ ਕੀ ਆਉਣਾ ਹੈ। ਸੋ ਜੇ ਕੋਈ ਮੈਨੂੰ ਪੁੱਛੇ ਜੀ ਫਰਕ ਦੱਸੋ, ਸਿਲੇਬਸ ਬਹੁਤ ਛੋਟਾ ਤੇ ਸਮਾਲ ਹੁੰਦਾ ਹੈ, ਬਿਲਕੁਲ ਸਹੀ ਗੱਲ ਆ, ਪੜ੍ਹਿਆ ਪੰਜਾਬੀ 'ਚ ਪੜ੍ਹ ਲਓ। ਕਰੀਕੁਲਮ ਜਿਹੜਾ ਹੈ ਉਹਦੇ 'ਚ ਛੋਟੇ ਕਈ ਯੂਨਿਟ ਸਬ ਯੂਨਿਟ ਤੇ ਟੌਪਿਕ ਹੁੰਦੇ ਆ, ਉਹ ਕਰੀਕੁਲਮ ਨਹੀਂ ਹੁੰਦਾ, ਉਹ ਤਾਂ ਬੇਸਿਕਲੀ ਹੁੰਦਾ ਹੈ ਸਬ ਸਿਲੇਬਸ। ਕਰੀਕੁਲਮ ਜਿਹੜਾ ਹੈ ਉਹ ਤੁਹਾਡੀ ਅਸਲੀ ਸਮਝ ਤੱਕ ਲੈ ਕੇ ਜਾਂਦਾ ਤੁਹਾਨੂੰ, ਬਿਲਕੁਲ ਸਹੀ। ਕਰੀਕੁਲਮ ਕਦੇ ਵੀ ਕਨਫਾਈਨਡ ਨਹੀਂ ਹੁੰਦਾ, ਕਲਾਸਰੂਮ ਤੱਕ ਹੀ ਸੀਮਿਤ ਨਹੀਂ ਹੁੰਦਾ। ਆ ਵੀ ਗੱਲ ਮੈਨੂੰ ਬਿਲਕੁਲ ਸਹੀ ਲੱਗਦੀ ਹੈ, ਆ ਵੀ ਤੇ ਆ ਵੀ। ਕਹਿੰਦੇ ਕਰੀਕੁਲਮ ਦੇ ਵਿੱਚ ਹੁੰਦਾ ਕਿ ਇੱਕ ਸਿਲੇਬਸ ਦੇ ਅੰਦਰ ਕਿਹੜੇ ਯੂਨਿਟ 'ਚ ਕਿੰਨੇ ਚੈਪਟਰ ਆ, ਕਿਹੜੇ ਚੈਪਟਰ 'ਚੋਂ ਕਿੰਨੇ ਕੀ ਆ। ਇਹ ਕਰੀਕੁਲਮ ਦੀ ਪਰਿਭਾਸ਼ਾ ਥੋੜ੍ਹਾ ਹੈ, ਇਹ ਹੈਗਾ ਹੈ ਸਬ ਸਿਲੇਬਸ। ਸਿਲੇਬਸ ਦੇ ਅੰਦਰ ਜੋ ਸਬ ਸਿਲੇਬਸ, ਸਬ ਟੌਪਿਕ ਕਲਾਸੀਫਿਕੇਸ਼ਨ, ਇਹ ਟੌਪਿਕਾਂ ਦੀ ਅੰਦਰਲੀ ਕਲਾਸੀਫਿਕੇਸ਼ਨ ਆ। ਕਰੀਕੁਲਮ ਪਾਠਕ੍ਰਮ ਤਾਂ ਹੈ ਹੀ ਬਹੁਤ ਵੱਡਾ ਸ਼ਬਦ ਆ। ਸੋ ਪੰਜਾਬੀ 'ਚ ਟਿਪੀਕਲੀ ਤੁਹਾਨੂੰ ਮੈਂ ਸਮਝਾਤਾ ਕਿ ਪਾਠਕ੍ਰਮ ਕਿਸੇ ਵਿਸ਼ੇ ਦੇ ਅਧਿਐਨ ਦੇ ਨਾਲ ਵੱਖ-ਵੱਖ ਯੂਨਿਟਾਂ, ਸਹਿ ਯੂਨਿਟਾਂ ਅਤੇ ਵਿਸ਼ਿਆਂ ਨੂੰ ਦਰਸਾਉਂਦਾ ਹੈ। ਇਹਨੂੰ ਮੈਂ ਪਾਠਕ੍ਰਮ ਨਹੀਂ ਕਹੂੰਗਾ, ਇਹਨੂੰ ਸਬ ਸਿਲੇਬਸ ਕਹੂੰਗਾ। ਸਿਲੇਬਸ ਤੋਂ ਵੀ ਛੋਟਾ ਹੋ ਗਿਆ ਇਹ ਤਾਂ, ਬਾਕੀ ਸਾਰੀਆਂ ਗੱਲਾਂ ਸਪਸ਼ਟ ਨੇ। ਇਹੀ ਇੱਕ ਅਜੀਬ ਗੱਲ ਸੀ ਦੂਸਰਾ ਆਪਸ਼ਨ, ਠੀਕ ਆ। ਆਹ ਦੇਖ ਲਓ, ਕਰੀਕੁਲਮ ਤਾਂ ਬਹੁਤ ਵੱਡੀ ਚੀਜ਼ ਹੁੰਦੀ ਆ, ਫਿਰ ਸਿਲੇਬਸ ਆਉਂਦਾ ਹੈ, ਸਿਲੇਬਸ ਦੇ ਅੰਦਰ ਟੀਚਰ ਦੇ ਪੜ੍ਹਾਉਣ ਦਾ ਤਰੀਕਾ ਆਉਂਦਾ ਹੈ, ਪ੍ਰੋਗਰਾਮ ਕਿ ਉਹਨੇ ਇਸ ਸਿਲੇਬਸ 'ਚੋਂ ਕੀ ਕਰਾਉਣਾ ਹੈ, ਉਹ ਟੀਚਿੰਗ ਪ੍ਰੋਗਰਾਮ ਆ। ਆਨਸਰ B ਇਜ਼ ਦੀ ਕਰੈਕਟ ਆਪਸ਼ਨ। ਆ ਜਾਓ ਅੱਗੇ ਆ ਜਾਓ ਜੀ, ਬੜਾ ਇੰਪੋਰਟੈਂਟ ਸਵਾਲ ਆ। ਕਹਿੰਦੇ ਮੰਨ ਲਓ ਤੁਸੀਂ ਕਲਾਈਮੇਟ ਵਾਲਾ ਚੈਪਟਰ ਆ, ਜਲਵਾਯੂ ਵਾਲਾ, ਤੇ ਇਹ ਚੈਪਟਰ ਬੱਚਿਆਂ ਨੂੰ ਪੜ੍ਹਾਉਣਾ ਮੰਨ ਲਓ ਤੁਸੀਂ, ਠੀਕ ਆ। ਤੁਹਾਨੂੰ ਪਤਾ 7ਵੀਂ ਕਲਾਸ ਦੀ SST ਦੀ ਕਿਤਾਬ 'ਚ ਵੀ ਕਲਾਈਮੇਟ ਵਾਲਾ ਚੈਪਟਰ ਹੋਊਗਾ, 9ਵੀਂ 'ਚ ਵੀ ਹੋਊਗਾ, 12ਵੀਂ 'ਚ ਵੀ ਹੈਗਾ ਹੈ। 12ਵੀਂ ਤੱਕ ਜਾਂਦੇ ਜਾਂਕੇ ਤਾਂ ਇਹ ਆ ਜਾਂਦਾ ਕਿ ਜਲਵਾਯੂ 'ਚ ਕੌਫਨ ਨੇ ਕਿੰਨੇ ਪ੍ਰਕਾਰ ਦਾ ਕਲਾਈਮੇਟ ਜਾਂ ਜਲਵਾਯੂ ਦੱਸਿਆ ਹੈ। ਤੁਸੀਂ ਕਹੋਗੇ ਇਹ ਗੱਲ ਤਾਂ ਅਸੀਂ 7ਵੀਂ 'ਚ ਕਦੀ ਪੜ੍ਹੀ ਨਹੀਂ, ਉਹਦੇ 'ਚ ਵੀ ਹੁੰਦਾ ਹੈ ਕਿ ਟਾਈਗਾ ਵਨਸਪਤੀ, ਟੂੰਡਰਾ ਵਨਸਪਤੀ, ਫਲਾਣੀ ਵਨਸਪਤੀ, ਊਸ਼ਨ ਵਨਸਪਤੀ। ਹਲਕਾ ਕੰਮ ਤਾਂ 9ਵੀਂ 'ਚ ਵੀ ਆ। ਪਰ ਜੇ ਕੋਈ ਮੈਨੂੰ ਕਵੇ ਕਿ 11ਵੀਂ 12ਵੀਂ 'ਚ ਕੀ ਆ, ਉੱਥੇ ਇਹਦੀ ਨਜਾਇਜ਼ ਡਿਟੇਲ ਆ। ਫਿਰ ਤੁਸੀਂ ਕਿਹੜੀ ਅਪਰੋਚ ਫਾਲੋ ਕੀਤੀ ਹੈ ਪੜ੍ਹਾਉਂਦੇ ਹੋਏ, ਕੰਸੈਂਟਰਿਕ, ਟੌਪੀਕਲ, ਇੰਟੀਗ੍ਰੇਟਡ ਕਿ ਕੋਰਿਲੇਟਡ। ਹੁਣ ਤੁਸੀਂ ਆਪ ਕਹੋਗੇ ਕੰਸੈਂਟਰਿਕ ਦਾ ਮਤਲਬ ਆ ਕੇਂਦਰਿਤ ਪਹੁੰਚ ਵਿਧੀ। ਇਹ ਕਿਵੇਂ ਸਮਝਣ ਦੀ ਕੋਸ਼ਿਸ਼ ਕਰਿਓ। ਜਦੋਂ ਕੇਂਦਰ ਬਿੰਦੂ ਇੱਕੋ ਹੀ ਆ, ਆਹ ਵਾਲਾ ਕੇਂਦਰ ਬਿੰਦੂ ਆ, ਕੇਂਦਰ ਬਿੰਦੂ ਤੇ ਆ ਜਲਵਾਯੂ, ਕਿ ਤੁਹਾਡਾ ਜਲਵਾਯੂ ਵਾਲਾ ਚੈਪਟਰ ਆ। ਤੁਸੀਂ ਕੀ ਕੀਤਾ, 5ਵੀਂ ਕਲਾਸ 'ਚ ਇੰਨਾ ਪੜ੍ਹਾਇਆ, ਕੇਂਦਰ ਬਿੰਦੂ ਜਲਵਾਯੂ ਹੀ ਆ। 8ਵੀਂ ਕਲਾਸ 'ਚ ਇੰਨਾ ਪੜ੍ਹਾਇਆ ਤੇ 10ਵੀਂ 'ਚ ਇੰਨਾ ਪੜ੍ਹਾਇਆ। ਇੱਕੋ ਕੇਂਦਰ 'ਤੇ ਫੋਕਸ ਕਰਕੇ ਤੁਸੀਂ ਦਾਇਰਾ ਵਧਾਉਂਦੇ ਗਏ, ਆਪਣਾ ਅਰਧ ਵਿਆਸ, ਰੇਡੀਅਸ ਵਧਾਉਂਦੇ ਗਏ। ਇਹਨੂੰ ਕਹਿੰਦੇ ਆ ਕੇਂਦਰੀ ਕਰਨ ਵਿਧੀ, ਭਾਵ ਕਿ ਬੇਸਿਕਲੀ ਕੇਂਦਰੀ ਪਹੁੰਚ ਵਿਧੀ, ਜਿਹਦੇ 'ਚ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਸਿਲੇਬਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕਰਦੇ ਹੋ ਕਿ ਛੋਟੀ ਕਲਾਸ 'ਚ ਵੀ ਉਹ ਚੈਪਟਰ ਆਵੇ, ਵੱਡੀ 'ਚ ਵੀ ਆਵੇ ਤੇ ਉਸ ਤੋਂ ਵੀ ਵੱਡੀ। ਐਵੇਂ ਪੇਪਰ 'ਚ ਇਹ ਕੱਲ੍ਹ ਨੂੰ ਇਹ ਸਾਇੰਸ ਵਾਲਿਆਂ ਨੂੰ ਵੀ ਆ ਜੂਗੀ, ਇਹ ਤਾਂ
ਸਾਇੰਸ ਵਾਲਿਆਂ ਨੂੰ ਇਵੇਂ ਆ ਜਾਊਗੀ ਕਿ ਤੁਸੀਂ 9ਵੀਂ ਕਲਾਸ 'ਚ ਵੀ ਗੁਰਤਕਸ਼ਨ ਤੇ 11ਵੀਂ 'ਚ ਵੀ ਪੜ੍ਹਾਉਂਦੇ ਹੋ, ਪਰ ਉਹਦਾ ਦਾਇਰਾ ਵੱਧ ਜਾਂਦਾ। ਇਹ ਕਿਹੜੀ ਅਪਰੋਚ ਆ? ਕੰਸੈਂਟਰਿਕ ਅਪਰੋਚ ਆ। ਸੋ ਆਪਾਂ ਨੂੰ ਇੱਕ ਗੱਲ ਸਮਝ ਆ ਗਈ, ਕੇਂਦਰੀ ਪਹੁੰਚ ਵਿਧੀ ਆ। ਸਵਾਲ ਨੰਬਰ ਨੈਕਸਟ ਕਹਿੰਦੇ ਇੱਕ ਟੀਚਰ ਆਪਣੇ ਬੱਚਿਆਂ ਦੇ ਵਿੱਚ ਕਰਨੋਲੋਜੀ ਸੀਕੁਐਂਸ ਇਵੈਂਟਸ ਦੀ ਹਿਸਟਰੀ ਦੀ ਪੜ੍ਹਾਉਣਾ ਚਾਹੁੰਦਾ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਮੈਂ ਹੀ ਹਾਂ, ਮੈਂ ਤੁਹਾਨੂੰ ਪੜ੍ਹਾਉਣ ਲੱਗ ਪਾ ਗਵਰਨਰ ਜਨਰਲ ਕਿ ਬਈ ਭਾਰਤ ਦੇ ਵਿੱਚ 1773 ਤੋਂ ਲੈ ਕੇ 72 ਤੋਂ ਲੈ ਕੇ 84 ਤੱਕ ਹਾਸਟਿੰਗ, 86 ਤੋਂ ਲੈ ਕੇ 93 ਤੱਕ ਕਾਰਨਵਾਲਿਸ, ਫਿਰ ਜੌਨ ਸ਼ੋਰ, ਫਿਰ ਉਸ ਤੋਂ ਬਾਅਦ ਵੈਲਸਲੇ, ਫਿਰ ਉਸ ਤੋਂ ਬਾਅਦ ਮਿੰਟੋ, ਫਿਰ ਉਸ ਤੋਂ ਬਾਅਦ ਹਾਸਟਿੰਗ 2, ਉਸ ਤੋਂ ਬਾਅਦ ਐਮਹਰਸਟ। ਇਹ ਸਾਰੇ ਗਵਰਨਰ ਜਨਰਲ ਆਏ ਆ ਲੜੀ ਵਾਈਜ਼। ਉਹਨੇ ਆਹ ਕੀਤਾ ਤਾਂ ਮੈਂ ਕੀ ਯੂਜ਼ ਕੀਤਾ? ਟਾਈਮ ਗ੍ਰਾਫ, ਟਾਈਮ ਲਾਈਨ। ਓਬਵੀਅਸ ਜੀ ਗੱਲ ਆ, ਮੈਂ ਟਾਈਮ ਲਾਈਨ ਯੂਜ਼ ਕੀਤੀ ਆ। ਟਾਈਮ ਲਾਈਨ ਕਿਵੇਂ ਯੂਜ਼ ਕੀਤੀ ਆ ਮੈਂ? ਕਿਉਂਕਿ ਮੈਂ ਇਸ ਤਰੀਕੇ ਨਾਲ, ਆ ਦੇਖੋ, ਜਿਵੇਂ ਉਦਾਹਰਨ ਦੇ ਤੌਰ ਤੇ ਪ੍ਰਾਚੀਨ ਭਾਰਤ ਦੇ ਇਤਿਹਾਸ ਦੀ ਟਾਈਮ ਲਾਈਨ ਕਿ ਇੰਨੇ ਸਾਲ ਪੂਰਵ ਈਸਾ ਤੋਂ ਰਾਮ ਜੀ ਦਾ, ਫਿਰ ਵਿਆਸ, ਫਿਰ ਕ੍ਰਿਸ਼ਨ ਹੋਏ, ਫਿਰ ਕਲਯੁਗ ਆਇਆ, ਮਹਾਭਾਰਤ, ਮਹਾਵੀਰਾ, ਬੁੱਧਾ, ਸ਼ੰਕਰਾਚਾਰਿਆ, ਸਿਕੰਦਰ ਦਾ ਭਾਰਤ ਤੇ ਆਗਮਨ। ਐਵੇਂ ਇਹਨੂੰ ਐਸ ਲੜੀ 'ਚ ਪੜ੍ਹਾਉਣਾ ਕਿ ਆਹ ਗਵਰਨਰ ਜਨਰਲ ਤੋਂ ਬਾਅਦ ਆਹ ਆਇਆ, ਤੋਂ ਬਾਅਦ ਇਸ ਤੋਂ ਬਾਅਦ ਆਹ ਆਇਆ, ਤੇ ਇਸ ਤੋਂ ਬਾਅਦ ਆਹ ਆਇਆ। ਇਸ ਚੀਜ਼ ਨੂੰ ਕੀ ਕਹਿੰਦੇ ਆਪਾਂ? ਇਸੇ ਚੀਜ਼ ਨੂੰ ਆਪਾਂ ਕਹਿੰਦੇ ਆ ਟਾਈਮ ਲਾਈਨ। ਸੋ ਟਾਈਮ ਲਾਈਨ ਬਾਰੇ ਮੈਂ ਉਮੀਦ ਕਰਦਾ ਕਿ ਇਹ ਕਹਾਣੀ ਆਪਣੇ ਆਪ ਪੜ੍ਹ ਲਓਗੇ। ਠੀਕ ਆ, ਨੈਕਸਟ ਅਗਲਾ ਸਵਾਲ ਆ ਗਿਆ ਜੀ। ਸਵਾਲ ਨੰਬਰ 135 ਆ ਗਿਆ। ਕਹਿੰਦਾ ਸਾਈਕੋਮੋਟਰ ਡੋਮੇਨ। ਹੁਣ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਊਗੀ ਕਿ ਬਲੂਮ ਦੇ ਕਈ ਅਸਿਸਟੈਂਟ ਸੀਗੇ, ਚੇਲੇ ਸੀ, ਜਿਨ੍ਹਾਂ 'ਚ ਹੈਰੋ ਵੀ ਸੀਗਾ। ਸੋ ਬਲੂਮ ਦੀ ਟੈਕਸੋਮਨੀ ਜੇ ਆ ਦੇਖੋ, ਥੋੜ੍ਹੀ ਜਿਹੀ ਆਪਾਂ ਕਲੀਅਰ ਕਰਦੇ। ਉਹਦੀਆਂ ਇਹ 3 ਟਾਈਪ ਦੀ ਟੈਕਸੋਮਨੀ 'ਚ ਉਹਨੇ ਕਲਾਸੀਫਿਕੇਸ਼ਨਸ ਕੀਤੀਆਂ ਸੀ। ਇੱਕ ਤਾਂ ਉਹਨੇ ਦੱਸਿਆ ਸੀਗਾ ਕਿ ਸਾਨੂੰ ਸਾਈਕੋਮੋਟਰ ਮਤਲਬ ਕਿ ਹੱਥਾਂ ਨਾਲ ਰਿਲੇਟਡ ਜੋ ਕੰਮ ਆ, ਇੱਕ ਅਫੈਕਟਿਵ ਦਿਮਾਗ ਨਾਲ, ਇੱਕ ਕੋਗਨੀਟਿਵ ਬੁੱਧੀ ਨਾਲ, ਦਿਮਾਗ ਨਾਲ ਸੰਬੰਧਿਤ, ਇੱਕ ਦਿਲ ਨਾਲ ਸੰਬੰਧਿਤ ਅਫੈਕਟਿਵ। ਸੋ 3 ਪ੍ਰਕਾਰ ਦੀ ਉਹਨੇ ਡੋਮੇਨ ਦੱਸੀ ਸੀ। ਉਹਨਾਂ 'ਚੋਂ ਜਿਹੜੀ ਸਭ ਤੋਂ ਮਸ਼ਹੂਰ ਤਾਂ ਨਹੀਂ, ਤਿੰਨੇ ਡੋਮੇਨਸ ਦੇ ਆਪਣੇ ਆਪਣੇ ਕੰਸੈਪਟ ਆ ਜਿਨ੍ਹਾਂ ਨੂੰ ਅਸੀਂ ਪੈਡਾਗੋਜੀ 'ਚ ਪੜ੍ਹਦੇ ਹਾਂ। ਠੀਕ ਆ, ਮਤਲਬ ਕਿ ਇਹ ਡਿਟੇਲ 'ਚ ਉਹਨਾਂ ਨੇ ਪੜ੍ਹਾਉਣੀ ਹੈ ਜਿਨ੍ਹਾਂ ਨੇ ਥਿਊਰੀ ਪੜ੍ਹਾਉਣੀ ਆ। ਹੁਣ ਮੇਰੇ ਵਾਸਤੇ ਤਾਂ ਸਿਰਫ ਇੰਨਾ ਹੈਗਾ ਕਿ ਮੈਂ ਇਸ ਸਵਾਲ ਦੇ ਅਕੋਰਡਿੰਗ, ਕਹਿੰਦੇ ਹੈਰੋ ਦੀ ਜਿਹੜੀ ਸਾਈਕੋਮੋਟਰ ਡੋਮੇਨ ਸੀ ਉਹਦੇ 'ਚ ਕਿਹੜਾ ਪੁਆਇੰਟ ਇਹਨਾਂ 'ਚੋਂ ਸਕਿਪ ਆ। ਹੁਣ ਆ ਜਾਓ, ਜੇ ਆਪਾਂ ਸਵਾਲ ਪੁੱਛਿਆ ਤਾਂ ਸਾਈਕੋਮੋਟਰ ਡੋਮੇਨ ਜਿਹੜੀ ਕਿ ਹੈਰੋ ਨੇ 1972 'ਚ ਦਿੱਤੀ ਆ, ਸੋਧੀ ਹੋਈ ਹੈ, ਅਮੈਂਡਡ ਆ। ਠੀਕ ਆ, ਉਹਦੇ ਮੁਤਾਬਕ ਕਹਿੰਦੇ ਇਹਨਾਂ 'ਚੋਂ ਕਿਹੜੀ ਕੈਟੇਗਰੀ ਉਹਨੂੰ ਬਿਲੋਂਗ ਕਰਦੀ ਆ? ਆਰਗੇਨਾਈਜ਼, ਰਿਸੀਵਿੰਗ, ਐਨਾਲਾਈਜ਼ ਕੇ ਪਰਸੈਪਚੁਅਲ ਐਬਿਲਿਟੀ। ਹੁਣ ਤੁਸੀਂ ਹੈਰੋ ਦੀ ਜਿਹੜੀ 1972 ਵਾਲੀ ਅਮੈਂਡ ਹੋਈ, ਸੋਧੀ ਹੋਈ ਡੋਮੇਨ ਦੇਖੋ, ਸਾਈਕੋਮੋਟਰ ਡੋਮੇਨ, ਤਾਂ ਉਹਦੇ 'ਚ ਕੀ ਆ? ਉਹਦੇ 'ਚ ਕਈ ਚੀਜ਼ਾਂ ਨੇ, ਰਿਫਲੈਕਸ ਮੂਵਮੈਂਟਸ ਨੇ। ਮਤਲਬ ਉਹ ਦੱਸਦਾ ਏ ਕਿ ਜੇ ਸਪੋਜ਼ ਕਰੋ ਕਿਸੇ ਵੀ ਚੀਜ਼ ਨੂੰ, ਪਹਿਲੀ ਤਾਂ ਗੱਲ ਇਹ ਸਮਝੋ ਬਲੂਮ ਦੀ ਥਿਊਰੀ ਕੀ ਆ ਪੜ੍ਹਾਉਣ ਦੀ, ਸਮਝਣ ਦੀ। ਉਹ ਕਹਿੰਦਾ 3 ਚੀਜ਼ਾਂ ਬਹੁਤ ਜ਼ਰੂਰੀ ਨੇ। ਇੱਕ, ਤੁਸੀਂ ਕਿਸੇ ਨੂੰ ਉਹਦੀ ਬੁੱਧੀ ਨੂੰ ਸ਼ਾਰਪ ਕਰਕੇ ਉਹਦੇ ਦਿਮਾਗ 'ਚ, ਖਾਨੇ 'ਚ ਗੱਲ ਪਾ ਸਕਦੇ ਹੋ। ਤੇ ਬਿਲਕੁਲ ਕਿਸੇ ਚੀਜ਼ ਨੂੰ ਸਮਝਣਾ ਹੈ ਤਾਂ ਤੁਹਾਡੀ ਕੋਗਨੀਟਿਵ ਡੋਮੇਨ ਉਦੋਂ ਐਕਟੀਵੇਟ ਹੁੰਦੀ ਹੈ, ਕਿਉਂਕਿ ਜੇ ਤੁਹਾਡਾ ਦਿਮਾਗ ਹੀ ਕਿਤੇ ਐਕਟਿਵ ਨਹੀਂਗਾ, ਮੰਨ ਲਓ ਮੈਂ ਤੁਹਾਨੂੰ ਕੁਝ ਪੜ੍ਹਾ ਰਿਹਾ, ਤੁਸੀਂ ਕੁਝ ਹੋਰ ਸੋਚੀ ਜਾ ਰਹੇ ਹੋ, ਤਾਂ ਕੀ ਤੁਹਾਨੂੰ ਕੁਝ ਸਮਝ ਆਊਗਾ? ਨਹੀਂ। ਇੱਕ ਤਾਂ ਕੋਗਨੀਟਿਵ ਡੋਮੇਨ। ਦੂਜੀ ਡੋਮੇਨ ਹੁੰਦੀ ਆ ਤੁਹਾਡੀ ਅਫੈਕਟਿਵ ਡੋਮੇਨ, ਜਿਹੜੀ ਤੁਹਾਡੇ ਦਿਲ ਨਾਲ ਸੰਬੰਧਿਤ ਆ, ਭਾਵਨਾਤਮਕ ਆ ਜਿਹੜੀ। ਜੇ ਮਤਲਬ ਮੈਂ ਤੁਹਾਨੂੰ ਕਹਿਦਾ ਕਿ ਆਪਣੇ ਦਿਮਾਗ 'ਚ ਆਹ ਚੀਜ਼ ਪਾਓ, ਤੁਸੀਂ ਦਿਮਾਗ ਵੀ ਪੂਰਾ ਲਾ ਲਿਆ ਪੜ੍ਹਨ 'ਤੇ, ਪਰ ਤੁਹਾਨੂੰ ਦਿਲੋਂ ਨਾ ਫੀਲਿੰਗ ਆ ਰਹੀ ਹੋਵੇ ਯਾਰ ਮੈਂ ਪੜ੍ਹ ਕਿਉਂ ਰਿਹਾ। ਜੇ ਤੁਹਾਨੂੰ ਲੱਗ ਗਿਆ ਕਿ ਮੈਂ ਇਸ ਕਰਕੇ ਪੜ੍ਹ ਰਿਹਾ ਯਾਰ, ਹੁਣ ਮੈਂ ਅਫਸਰ ਲੱਗਣਾ ਹੀ ਲੱਗਣਾ ਹੈ, ਜਾਂ ਮੈਂ ਮਾਸਟਰ ਲੱਗਣਾ ਹੀ ਲੱਗਣਾ ਹੈ, ਮੈਂ ਕੁਛ ਵੀ ਲੱਗਣਾ ਹੀ ਲੱਗਣਾ ਹੈ, ਤਾਂ ਅਫੈਕਟਿਵ ਡੋਮੇਨ ਵੀ ਜ਼ਰੂਰੀ ਆ। ਤੀਸਰੀ ਆ ਜਾਂਦੀ ਆ ਸਾਈਕੋਮੋਟਰ, ਜਿਹਨੂੰ ਆਪਾਂ ਕਹਿੰਦੇ ਆ ਚੱਲਣ ਫਿਰਨ ਨਾਲ। ਜੇ ਆਪਾਂ ਕਹੀਏ ਕਿ ਬੰਦੇ ਦੇ ਭਾਵ ਵੀ ਸੋਚ ਲਿਆ, ਪਲੱਸ ਦਿਮਾਗ ਵੀ ਖੋਲ੍ਹ ਲਿਆ, ਪਰ ਉਹ ਮਿਹਨਤ ਨਹੀਂ ਕਰਨਾ ਚਾਹੁੰਦਾ, ਉਹ ਕੋਚਿੰਗ ਲੈਣ ਜਾਣਾ ਨਹੀਂ ਚਾਹੁੰਦਾ, ਉਹ ਕਲਾਸਾਂ ਲਾਉਣਾ ਨਹੀਂ ਚਾਹੁੰਦਾ, ਪੀਜੀ 'ਚ ਰਹਿਣਾ ਨਹੀਂ ਚਾਹੁੰਦਾ, ਉਹ ਕਿਰਤ ਨਹੀਂ ਕਰਨਾ ਚਾਹੁੰਦਾ, ਜਾਂ ਉਹ ਸਵੇਰੇ ਸ਼ਾਮ ਟਿਊਸ਼ਨ ਪੜ੍ਹਨ ਜਾਣਾ ਨਹੀਂ ਚਾਹੁੰਦਾ। ਤੀਜੀ ਡੋਮੇਨ ਜਿਹੜੀ ਆ ਉਹ ਕਿਹਦੇ ਨਾਲ ਸੰਬੰਧਿਤ ਆ? ਉਹ ਆ ਸਾਈਕੋਮੋਟਰ। ਸੋ ਬੇਸਿਕਲੀ ਇਹ ਜਿਹੜੀ ਸਾਈਕੋਮੋਟਰ ਡੋਮੇਨ ਆ ਇਹ ਕਿਰਤ ਨਾਲ ਸੰਬੰਧਿਤ ਆ। ਅਫੈਕਟਿਵ ਡੋਮੇਨ ਭਾਵਨਾਤਮਕ ਜਿਹੜਾ ਦਾਇਰਾ ਹੈ ਉਹਦੇ ਨਾਲ ਸੰਬੰਧਿਤ ਆ, ਤੇ ਕੋਗਨੀਟਿਵ ਬੁੱਧੀਮਤਾ ਨਾਲ ਸੰਬੰਧਿਤ ਆ। ਹੁਣ ਸਾਈਕੋਮੋਟਰ ਡੋਮੇਨ ਦੇ ਵਿੱਚ ਕੀ ਕਿਰਤ ਨਾਲ ਸੰਬੰਧਿਤ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਹੈਰੋ ਨੇ ਅਮੈਂਡ ਕਰਨ ਤੋਂ ਬਾਅਦ ਦੱਸੀਆਂ? ਇੱਕ ਉਹਨੇ ਦੱਸਿਆ ਰਿਫਲੈਕਸ ਮੂਵਮੈਂਟਸ। ਕਹਿੰਦਾ ਉਹ ਵਾਲੀਆਂ ਗਤੀਵਿਧੀਆਂ ਜਿਹੜੀਆਂ ਆਪਣੇ ਆਪ ਹੋ ਜਾਂਦੀਆਂ ਹੈ। ਠੀਕ ਆ, ਜਿਵੇਂ ਅੱਖਾਂ ਦਾ ਝਮਕਿਆ ਜਾਣਾ, ਰਿਫਲੈਕਸ। ਫੰਡਾਮੈਂਟਲ ਮੂਵਮੈਂਟਸ, ਉਹ ਬੇਸਿਕ ਮੂਵਮੈਂਟਸ ਜਿਹੜੀਆਂ ਆਪਣੇ ਆਪ ਤਾਂ ਨਹੀਂ ਹੁੰਦੀਆਂ ਪਰ ਬੰਦਾ ਕਰਦਾ ਹੀ ਆ ਨੋਰਮਲੀ, ਉਹਨੂੰ ਕਹਿੰਦੇ ਆ ਵਾਕਿੰਗ ਵਗੈਰਾ।
ਪਰਸੈਪਚੁਅਲ ਐਬਿਲਿਟੀਜ਼, ਇਹ ਬੇਸਿਕਲੀ ਜਦੋਂ ਆਪਾਂ ਕੁਝ ਸੁਣਦੇ ਆ ਉਹਦੇ ਅਗੇਂਸਟ ਜੋ ਅਸੀਂ ਰਿਪਲਾਈ ਕਰਦੇ ਆ, ਜੋ ਅਸੀਂ ਅਗਲੇ ਨੂੰ ਜਵਾਬ ਦਿੰਦੇ ਉਹਦੇ 'ਚ। ਫਿਜ਼ੀਕਲ ਐਬਿਲਿਟੀਜ਼ ਮੀਨਸ ਕਿ ਕੁਛ ਵੀ ਆਪਣੇ ਆਪ 'ਚ ਮਿਹਨਤਾਨਾ ਗਤੀਵਿਧੀਆਂ, ਇਹਨੂੰ ਕਹਿੰਦੇ ਆ ਫਿਜ਼ੀਕਲ ਐਬਿਲਿਟੀਜ਼। ਸਕਿਲਡ ਮੂਵਮੈਂਟਸ, ਉਹ ਵਾਲੀਆਂ ਗਤੀਵਿਧੀਆਂ ਜਿਨ੍ਹਾਂ ਨੂੰ ਅਸੀਂ ਕੁਸ਼ਲਤਾ ਨਾਲ ਨਿਭਾਉਣੇ ਆ ਕੁਝ ਸਿੱਖਣ ਤੋਂ ਬਾਅਦ। ਨੋਨ ਡਿਸਕਰਸਿਵ ਕਮਿਊਨੀਕੇਸ਼ਨ ਮੀਨਸ ਕਿ ਅਸੀਂ ਕਈ ਵਾਰੀ ਇਸ਼ਾਰੇ ਦੇ ਨਾਲ ਜਦੋਂ ਕੁਛ, ਇਹ ਸਾਰੀਆਂ ਚੀਜ਼ਾਂ ਸਾਈਕੋਮੋਟਰ ਕੈਪੇਬਿਲਿਟੀਜ਼ 'ਚ ਆ ਜਾਂਦੀਆਂ ਹੈ ਕਿ ਸਾਈਕੋਮੋਟਰ ਦਾ ਮਤਲਬ ਹੋ ਗਿਆ ਕਿ ਕਿਰਤ ਨਾਲ ਸੰਬੰਧਿਤ, ਕੰਮ ਨਾਲ ਸੰਬੰਧਿਤ, ਤੁਰਨ ਫਿਰਨ ਨਾਲ ਸੰਬੰਧਿਤ ਡੋਮੇਨ। ਇਹਨਾਂ 'ਚੋਂ ਕਹਿੰਦੇ ਕਿ ਕਿਹੜੀ ਜਿਹੜੀ ਆ ਉਹਦੇ 'ਚ ਫਿੱਟ ਬਹਿੰਦੀ ਆ ਪਰਸੈਪਚੁਅਲ ਐਬਿਲਿਟੀਜ਼। ਸੋ ਸਭ ਤੋਂ ਇੰਪੋਰਟੈਂਟ ਤਾਂ ਸਾਨੂੰ ਇਹ ਸਮਝ ਆ ਗਿਆ ਕਿ ਸਾਡੀ ਜਿਹੜੀ ਤਜਰਬਾ ਆਧਾਰਿਤ ਕਾਬਲੀਅਤ ਆ ਉਹ ਇਹਦੇ 'ਚ ਨਾ ਸਮੀਖਿਆ, ਇਹਦੇ 'ਚ ਨਾ ਪ੍ਰਾਪਤ ਕਰਨਾ, ਨਾ ਸੰਗਠਿਤ ਕਰਨਾ। ਹੁਣ ਤੁਸੀਂ ਕਹੋਗੇ ਸਰ ਇਹਦੀ ਐਲੈਬੋਰੇਸ਼ਨ ਦੇਖੋ, ਅਸਲ 'ਚ ਇਹ ਆ ਜਿਹੜੇ ਬੰਦੇ ਨੇ ਤੁਹਾਨੂੰ ਪੂਰੀ ਇਹ ਥਿਊਰੀ ਸਮਝਾਉਣੀ ਆ ਉਹ ਕੱਲੀ ਕੱਲੀ ਦੀ ਐਗਜ਼ਾਮਪਲ ਦਊਗਾ ਕਿ ਤੁਹਾਡੀ ਸਮਝ ਡਿਵੈਲਪ ਕਰਨ 'ਚ ਸਾਈਕੋਮੋਟਰ ਡੋਮੇਨ ਦਾ ਕੀ ਰੋਲ ਆ, ਕਿਹੜੀਆਂ ਰਿਫਲੈਕਸ ਆਪਣੇ ਆਪ ਹੋਣ ਵਾਲੀਆਂ ਗਤੀਵਿਧੀਆਂ ਨੇ, ਕਿਹੜੀਆਂ ਤੁਸੀਂ ਸਕਿੱਲ ਸਿੱਖਣ ਤੋਂ ਬਾਅਦ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਤੁਸੀਂ ਕਰਦੇ ਹੋ ਅਤੇ ਉਹ ਤੁਹਾਡੀ ਪੜ੍ਹਾਈ 'ਚ ਜਾਂ ਤੁਹਾਡੇ ਗਿਆਨ ਦੇ ਵਾਧੇ 'ਚ ਜਾਂ ਤੁਹਾਨੂੰ ਕਿਤੇ ਉਪਲਬਧੀ ਦਿਵਾਉਣ 'ਚ ਉਹ ਇੱਕ ਰੋਲ ਅਦਾ ਕਰਦੀਆਂ। ਪਰ ਮੇਰਾ ਮਕਸਦ ਸਿਰਫ ਇਹ ਸੀ ਕਿ ਤੁਹਾਨੂੰ ਦੱਸਣਾ ਕਿ ਸਾਈਕੋਮੀਟਰ ਡੋਮੇਨ 'ਚ ਇਹਨਾਂ 'ਚੋਂ ਕਿਹੜਾ ਕੈਟੇਗਰੀ ਨਹੀਂ ਆਉਂਦੀ, ਠੀਕ ਆ। ਸੋ ਇਹਨਾਂ 'ਚੋਂ ਖੈਰ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ। ਨੈਕਸਟ ਆ ਮੈਂ ਪੜ੍ਹਾਤੀ, ਅੱਗੇ ਆ ਗਿਆ। ਕਹਿੰਦੇ ਡਿਵੈਲਪਮੈਂਟ ਆਫ ਮੋਰਲ ਵੈਲਿਊਜ਼, ਕਹਿੰਦੇ ਤੁਸੀਂ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਜਾਂ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਜਿਹੜਾ ਹੈ ਉਹ ਪਾਉਣਾ ਚਾਹੁੰਦੇ ਹੋ। ਕਿਹੜੀ ਚੀਜ਼ ਨੈਤਿਕ ਕਦਰਾਂ ਕੀਮਤਾਂ 'ਚ ਵਧਾਵਾ ਦਿੰਦੀ ਆ? ਬੜੀਆਂ ਲੰਮੀਆਂ ਲੰਮੀਆਂ ਕਹਾਣੀਆਂ ਨੇ। ਪਹਿਲੀ ਗੱਲ ਆਪਾਂ ਪੰਜਾਬੀ 'ਚ ਹੀ ਪੜ੍ਹ ਲੈਂਦੇ ਹਾਂ, ਠੀਕ ਆ। ਵਿਦਿਆਰਥੀਆਂ ਨੂੰ ਵਿਦਤਾ ਅਤੇ ਦੀ ਕਾਬਲੀਅਤ ਦਾ ਵਿਕਾਸ ਅਤੇ ਉਹਨਾਂ ਦਾ ਸੁਚਾਰੂ ਸੋਚਣ ਅਤੇ ਤਰਕ ਕਰਨ ਦੀਆਂ ਸ਼ਕਤੀਆਂ ਤਿਆਰ ਕਰਨਾ ਤਾਂ ਕਿ ਉਹ ਸਹੀ ਅਤੇ ਗਲਤ, ਦੇਖੋ ਕਹਿੰਦੇ ਬੱਚੇ 'ਚ ਨੈਤਿਕਤਾ ਪਾਉਣੀ ਆ। ਪਹਿਲੀ ਗੱਲ ਇਹ ਕਹਿ ਰਿਹਾ ਕਿ ਕਿਉਂ ਨਾ ਆਪਾਂ ਬੱਚੇ ਦੇ ਵਿੱਚ ਇਸ ਤਰੀਕੇ ਦੀ ਸਮਝ ਪੈਦਾ ਕਰ ਦਈਏ ਕਿ ਉਹ ਆਪ ਹੀ ਚੰਗੇ ਮਾੜੇ ਦਾ ਪਤਾ ਕਰਨ ਲੱਗ ਪਏ। ਪਹਿਲੀ ਆਪਸ਼ਨ ਇਹ ਕਹਿੰਦੀ ਆ। ਦੂਜੀ ਆਪਸ਼ਨ ਕਹਿੰਦੀ ਆ ਉਸ ਬੰਦੇ ਨੂੰ ਕਾਬਲ ਨਾਗਰਿਕ ਬਣਾ ਦਿਓ ਤਾਂ ਕਿ ਉਹ ਕਾਮਯਾਬ ਹੋ ਜੇ। ਤੀਸਰੀ ਆਪਸ਼ਨ ਕਹਿੰਦੀ ਆ ਕਿ ਉਹਨੂੰ ਪੁਰਾਣੇ ਲੋਕਾਂ ਦੇ ਨਾਲ ਮੇਲ ਮਿਲਾਪ ਕਰਾਇਆ ਜਾਵੇ ਤਾਂ ਕਿ ਉਹ ਆਪਣੇ ਪੁਰਾਣੇ ਕਲਚਰ ਨੂੰ ਸਮਝ ਸਕੇ। ਚੌਥੀ ਆਪਸ਼ਨ ਕਹਿੰਦੀ ਆ ਕਿ ਸਟੂਡੈਂਟਸ ਨੂੰ ਮਤਲਬ ਕਿ ਉਹਨਾਂ ਦਾ ਸਮਾਜਿਕ ਵਾਤਾਵਰਨ ਆ ਜਿਹੜਾ ਉਹਦੇ ਬਾਰੇ ਵਿਚਾਰਿਆ ਜਾਵੇ। ਹੁਣ ਤੁਸੀਂ ਇੱਕ ਗੱਲ ਦੱਸੋ, ਕਈ ਵਾਰੀ ਕੀ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਬੱਚੇ ਦੇ ਸਮਾਜਿਕ ਵਾਤਾਵਰਨ ਬਾਰੇ ਜਾਣਕਾਰੀ ਦਿਓਗੇ, ਕੀ ਇਹ ਗੱਲ ਸ਼ਿਓਰ ਆ ਕਿ ਤੁਸੀਂ ਉਹਦੇ 'ਚ ਕਦਰਾਂ ਕੀਮਤਾਂ ਪਾਤੀਆਂ? ਨਹੀਂ। ਮਤਲਬ ਤੁਸੀਂ ਉਹਨੂੰ ਉਹਦੇ ਪੁਰਖਿਆਂ ਬਾਰੇ ਦੱਸੋਗੇ ਕਿ ਇਸ ਗੱਲ ਦਾ ਸ਼ਿਓਰ ਆ ਕਿ ਤੁਸੀਂ ਉਹਦੇ 'ਚ ਕਦਰਾਂ ਕੀਮਤਾਂ ਪਾਤੀਆਂ? ਤੁਸੀਂ ਉਹਨੂੰ ਬੜਾ ਕਾਮਯਾਬ ਨਾਗਰਿਕ ਬਣਾਤਾ ਕਿ ਉਹ ਕਦਰਾਂ ਕੀਮਤਾਂ ਵਾਲਾ ਹੋਊਗਾ? ਚੌਥੀ ਆਪਸ਼ਨ ਸਭ ਤੋਂ ਉੱਪਰਲੀ 'ਤੇ ਆ ਜਾਓ ਕਿ ਜੇ ਤੁਸੀਂ ਉਹਨੂੰ ਇਹ ਦੱਸਣ 'ਚ ਸਫਲ ਹੋ ਗਏ ਕਿ ਯਾਰ ਪੁੱਤ ਚੰਗੇ ਮਾੜੇ 'ਚ ਫਰਕ ਕੀ ਆ, ਠੀਕ ਆ, ਸਹੀ ਅਤੇ ਗਲਤ 'ਚ ਫਰਕ ਕੀ ਆ, ਕੀ ਤੁਸੀਂ ਮੰਨਦੇ ਹੋ ਕਿ ਤੁਸੀਂ ਉਹਨੂੰ ਕਦਰਾਂ ਕੀਮਤਾਂ ਉਹਦੇ 'ਚ ਫਿੱਟ ਕਰਤੀਆਂ? ਤੁਸੀਂ ਕਹੋਗੇ ਹਾਂ। ਸੋ ਆਹੀ ਇੱਕ ਗੱਲ ਸੀ। ਇਸ ਸਵਾਲ ਦਾ ਜਵਾਬ ਦੇਣ ਵਾਸਤੇ ਕਿੱਡੀ ਕੁ ਤੋਪ ਚਲਾਉਣੀ ਸੀ ਆਪਾਂ, ਕਿੱਥੋਂ ਪਤਾ ਲੱਗਦਾ ਹੈ ਵੈਲਿਊਜ਼ ਕੀ ਨੇ, ਡਿਟੇਲ 'ਚ ਪੜ੍ਹਾਂਗੇ। ਓਨੈਸਟੀ, ਇਮਾਨਦਾਰੀ, ਆਜ਼ਾਦੀ ਬਾਰੇ ਉਹਨੂੰ ਦੱਸਣਾ, ਵਿਸ਼ਵਾਸ ਕੀ ਚੀਜ਼ ਹੁੰਦੀ ਆ, ਚੀਜ਼ਾਂ ਨੂੰ ਰੀਸਾਈਕਲ ਕਿਵੇਂ ਕੀਤਾ ਜਾ ਸਕਦਾ ਹੈ, ਕਿਸੇ ਚੀਜ਼ ਦੇ ਪ੍ਰਤੀ ਸਮਝ ਕਿਵੇਂ ਪੈਦਾ ਕਰਨੀ ਹੈ, ਕਿਸੇ ਨੂੰ ਮਾफ़ ਕਿਵੇਂ ਕਰਨਾ ਹੈ, ਜ਼ਿੰਮੇਵਾਰ ਕਿਵੇਂ ਬਣਨਾ ਹੈ, ਚੀਜ਼ ਵੰਡ ਕੇ ਕਿਵੇਂ ਖਾਣੀ ਆ, ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਿਵੇਂ ਆ, ਕਿਸੇ ਦੀ ਇੱਜ਼ਤ ਕਰਨੀ, ਇਹੀ ਕਦਰਾਂ ਕੀਮਤਾਂ ਹੁੰਦੀਆਂ ਹੈ। ਉਹਨੂੰ ਉਹਦੇ ਸਮਾਜ ਬਾਰੇ ਦੱਸੀ ਜਾਣਾ, ਉਹਨੂੰ ਇਤਿਹਾਸ ਬਾਰੇ ਦੱਸੀ ਜਾਣਾ। ਇਤਿਹਾਸ ਬਾਰੇ ਦੱਸ ਕੇ ਤਾਂ ਲੋਕਾਂ ਨੇ ਕਈ ਲੋਕਾਂ ਦੇ ਦਿਲਾਂ 'ਚ ਜ਼ਹਿਰ ਵੀ ਭਰ ਦਿੱਤਾ ਹੁੰਦਾ ਹੈ ਕਿ ਸਾਡਾ ਇਤਿਹਾਸ ਐਂ ਕਰ ਦਾਂਗੇ, ਚੱਕ ਦਿਆਂਗੇ, ਦੱਬ ਦਿਆਂਗੇ। ਫਿਰ ਉਹ ਚੰਗੀ ਗੱਲ ਥੋੜ੍ਹਾ ਹੈ। ਸੋ ਸਮਝਣ ਦੀ ਕੋਸ਼ਿਸ਼ ਕਰੋ ਕਿ ਕਦਰਾਂ ਕੀਮਤਾਂ ਤੁਸੀਂ ਜਦੋਂ ਟੀਚਰ ਬਣ ਗਏ, ਅਧਿਆਪਕ ਬਣ ਗਏ, ਤਾਂ ਤੁਸੀਂ ਕਿਵੇਂ ਕਿਸੇ 'ਚ ਫਿੱਟ ਕਰੋਗੇ। ਖੈਰ ਆ ਜਾਓ ਅੱਗੇ। ਕਹਿੰਦੇ ਉਹ ਪੜ੍ਹਾਉਣ ਦੀ ਨੀਤੀ ਕੀ ਆ ਜਿਹਦੇ 'ਚ ਟੀਚਰ ਜਿਹੜਾ ਹੈ ਉਹ ਬੜੀ ਵਧੀਆ ਤਰੀਕੇ ਨਾਲ ਕਿਸੇ ਆਬਜੈਕਟ 'ਤੇ ਕਹਾਣੀ ਨੂੰ ਇੰਟਰਸਟਿੰਗ ਤਰੀਕੇ ਨਾਲ ਸੁਣਾਉਂਦਾ ਹੈ। ਕਈ ਵਾਰੀ ਕੋਈ ਮੈਨੂੰ ਕਹਿ ਦੇ ਕਿ ਸਰ ਤੁਸੀਂ ਨਾ ਪੰਜਾਬ GK ਜਾਂ ਤੁਸੀਂ ਭਾਰਤ ਦੇ ਇਤਿਹਾਸ ਬਾਰੇ ਜਾਂ ਤੁਸੀਂ ਪੋਲਿਟੀ, ਰਾਜਨੀਤੀ, ਸਿਵਿਕਸ ਬਾਰੇ ਜਦੋਂ ਦੱਸਦੇ ਹੋ ਸਾਨੂੰ ਐਂ ਲੱਗਦਾ ਕਿ ਅਸੀਂ ਸੰਸਦ 'ਚ ਹੀ ਬੈਠੇ ਹਾਂ। ਸਾਨੂੰ ਐਂ ਲੱਗਦਾ ਕਿ ਅਸੀਂ 18ਵੀਂ ਸਦੀ 'ਚ ਗਏ ਹੋਏ ਹਾਂ। ਇਹ ਕੀ ਚੀਜ਼ ਆ? ਇਹਦਾ ਮਤਲਬ ਅਸੀਂ ਇੱਕ ਅਜਿਹਾ ਬਿਰਤਾਂਤ ਸਿਰਜਤਾ, ਇੱਕ ਇਹੋ ਜਿਹਾ ਨੈਰੇਟਿਵ ਤਿਆਰ ਕਰਤਾ ਕਿ ਤੁਹਾਨੂੰ ਲੱਗਿਆ ਕਿ ਆਹੀ ਸੱਚ ਆ। ਇਹਨੂੰ ਕਹਿੰਦੇ ਆ ਜਿਹੜੀ ਨੀਤੀ ਤੁਸੀਂ ਅਡੋਪਟ ਕਰਦੇ ਹੋ ਨਰੇਸ਼ਨ ਸਟ੍ਰੈਟਜੀ, ਬਿਰਤਾਂਤ ਸਿਰਜਣ ਵਾਲੀ ਰਣਨੀਤੀ।
ਸੋ ਇਹਦੇ ਨਾਲ ਤੁਸੀਂ ਇੱਕ ਬੰਦੇ ਨੂੰ ਉਵੇਂ ਦਾ ਹੀ ਮਾਹੌਲ 'ਚ ਲੈ ਜਾਂਦੇ ਹੋ। ਆਪਾਂ ਨਹੀਂ ਅੱਜ ਕੱਲ੍ਹ ਕਹਿੰਦੇ ਟੀ ਵੀ 'ਚ ਨਹੀਂ ਕਹਿੰਦੇ ਕਿ ਇੱਕ ਬਿਰਤਾਂਤ ਸਿਰਜਿਆ ਗਿਆ ਕਿ ਜਿਹਦੇ ਕਰਕੇ ਮੁੰਡੇ ਭਟਕੇ ਆ ਜਾਂ ਬੱਚੇ ਭਟਕ ਗਏ, ਗਲਤ ਰਾਹ 'ਤੇ ਤੁਰ ਗਏ। ਬਿਰਤਾਂਤ ਸਿਰਜਣ ਦਾ ਮਤਲਬ ਆ ਤੁਹਾਡੇ ਆਲੇ ਦੁਆਲੇ, ਤੁਹਾਡੇ ਕੰਨਾਂ 'ਚ, ਤੁਹਾਡੇ ਆਲੇ ਦੁਆਲੇ ਐਵੇਂ ਦਾ ਮਾਹੌਲ ਪੈਦਾ ਕਰ ਦੇਣਾ। ਬਿਰਤਾਂਤ ਸਿਰਜਣਾ ਮਾੜੀ ਗੱਲ ਨਹੀਂ ਹੁੰਦੀ। ਬਿਰਤਾਂਤ ਚੰਗਾ ਤਰੀਕੇ ਨਾਲ ਸਿਰਜਿਆ ਜਾਵੇ ਤਾਂ ਚੰਗੇ ਪਾਸੇ ਲੈ ਜਾਂਦਾ ਹੈ। ਸੋ ਇਹਨੂੰ ਬਿਰਤਾਂਤ ਸਿਰਜਣਾ ਕਹਿੰਦੇ ਆ। ਸੋ ਜਦੋਂ ਇੱਕ ਪੂਰਾ ਮਾਹੌਲ ਬਣਦਾ ਹੈ, ਇੱਕ ਟੀਚਰ ਇਸ ਤਰੀਕੇ ਨਾਲ ਕਹਾਣੀ ਸੁਣਾਉਂਦਾ ਹੈ, ਪੂਰਾ ਬਿਰਤਾਂਤ ਸਿਰਜਿਆ ਜਾਂਦਾ ਹੈ। ਨੈਕਸਟ ਉਸ ਤੋਂ ਬਾਅਦ ਆ ਗਿਆ, ਕਹਿੰਦਾ ਸਮਾਜਿਕ ਸਾਇੰਸ ਵਿਗਿਆਨ ਦਾ ਉਹ ਕਿਹੜਾ ਮੈਥਡ ਆ ਜਿਹਦੇ 'ਚ ਚੈਨਲਸ ਐਂਡ ਐਂਟਰੀ ਫॉर ਵੇਰੀਅਸ ਆਕੂਪੇਸ਼ਨਸ, ਮੀਨਸ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਇਹੋ ਜਿਹਾ, ਜਿੱਥੇ ਕਿ ਤੁਸੀਂ ਬੱਚੇ ਨੂੰ ਇਹ ਦੱਸ ਸਕਦੇ ਹੋ ਕਿ ਤੁਸੀਂ ਵੱਖ-ਵੱਖ ਕਿੱਤੇ ਅਤੇ ਵੱਖ-ਵੱਖ ਪ੍ਰੋਫੈਸ਼ਨਸ, ਵੱਖ-ਵੱਖ ਕਾਰੋਬਾਰਾਂ 'ਚ ਦਾਖਲਾ ਲੈ ਸਕਦੇ ਹੋ। ਇਸ ਪ੍ਰਕਾਰ ਦੀ ਜਿਹੜੀ ਗਿਆਨ ਵੰਡਣ ਦੀ ਜਿਹੜੀ, ਜਾਂ ਇਸ ਪ੍ਰਕਾਰ ਦੀ ਜਿਹੜੀ ਸਮਝ ਜਾਂ ਵੈਲਿਊ ਜਾਂ ਮੁੱਲ ਹੁੰਦਾ ਹੈ, ਉਹਨੂੰ ਕੀ ਕਹਿੰਦੇ ਆ? ਡਿਸਿਪਲਿਨਰੀ, ਪ੍ਰੈਕਟੀਕਲ, ਵੋਕੇਸ਼ਨਲ ਕਿ ਪੋਲੀਟੀਕਲ? ਨਹੀਂ, ਤੁਸੀਂ ਉਹਨੂੰ ਦੱਸ ਰਹੇ ਹੋ ਕਿ ਤੁਸੀਂ ਇਸ ਤੋਂ ਬਾਅਦ ਫਲਾਣਾ ਕੰਮ ਵੀ ਕਰ ਸਕਦੇ ਹੋ, ਫਲਾਣਾ ਵੀ। ਇਟ ਮੀਨਸ ਤੁਸੀਂ ਉਹਨੂੰ ਕਿੱਤਾ ਮੁਖੀ ਗਿਆਨ ਦੇ ਰਹੇ ਹੋ। ਕਿੱਤਾ ਮੁਖੀ ਗਿਆਨ ਜਾਂ ਕਿੱਤਾ ਮੁਖੀ ਮੁੱਲ ਸੁਣਿਆ ਨਹੀਂ ਤੁਸੀਂ? ਵੋਕੇਸ਼ਨਲ ਸਟੱਡੀਜ਼ ITIਆਂ ਕਰਾ ਦਿੰਦੇ ਆ ਜਿਹੜੇ, ਉਹਦੇ 'ਚ ਕੀ ਆ? ਤੁਸੀਂ ਬੱਚੇ ਨੂੰ ਇਹ ਸਮਝਾ ਰਹੇ ਹੋ ਕਿ ਤੁਸੀਂ ਪੜ੍ਹਾਈ ਤੋਂ ਬਾਅਦ ਆਹ ਪੜ੍ਹ ਕੇ ਆਹ ਕਰ ਸਕਦੇ ਹੋ, ਆਹ ਕਰਕੇ ਆਹ ਕਰ ਸਕਦੇ ਹੋ, ਇਸ ਤੋਂ ਬਾਅਦ ਉਹਨੂੰ ਕਹਿੰਦੇ ਕਿੱਤਾ ਮੁਖੀ ਪੜ੍ਹਾਈ। ਸੋ ਇਹ ਕਿੱਤਾ ਮੁਖੀ ਕਦਰਾਂ ਕੀਮਤਾਂ ਨੇ ਜਿਹੜੀਆਂ ਤੁਸੀਂ ਬੱਚੇ 'ਚ ਪਾ ਰਹੇ ਹੋ ਕਿ ਤੁਸੀਂ ਆਹ ਵੀ ਕੁਛ ਕਰ ਸਕਦੇ ਹੋ। ਸੋ ਨੈਕਸਟ ਅਗਲਾ ਸਵਾਲ ਆ ਗਿਆ ਜੀ, ਵੋਕੇਸ਼ਨਲ ਸਟੱਡੀਜ਼। ਤੁਹਾਡੇ ਸਾਹਮਣੇ ਮੈਂ ਫੋਟੋ ਲਾਈ ਹੋਈ ਆ ਅਤੇ ਇੱਥੋਂ ਤੁਸੀਂ ਜ਼ਿਆਦਾ ਵਧੀਆ ਸਮਝ ਸਕਦੇ ਹੋ। ਨੈਕਸਟ ਕਹਿੰਦਾ ਇੱਕ ਇਤਿਹਾਸ ਦਾ ਟੀਚਰ ਤੁਹਾਡੇ ਦਿਮਾਗ ਦੇ ਵਿੱਚ ਵੱਖਰੇ ਵੱਖਰੇ ਰਾਜਿਆਂ ਨੇ ਕੀ, ਜਿਵੇਂ ਸਪੋਜ਼ ਕਰੋ ਇੱਕੋ ਵੰਸ਼ ਦੇ 4 ਰਾਜੇ ਆ, ਜਿਵੇਂ ਉਦਾਹਰਨ ਦੇ ਤੌਰ 'ਤੇ ਸਾਨੂੰ ਕਿਸੇ ਨੇ ਕਹਿਤਾ ਕਿ ਪਹਿਲਾਂ ਇੱਕ ਰਾਜਾ ਆਇਆ ਆਪਣਾ ਟੀਪੂ ਸੁਲਤਾਨ, ਸੌਰੀ ਪਹਿਲਾਂ ਇੱਕ ਰਾਜਾ ਆਪਣੇ ਕੋਲ ਆਇਆ ਕੁਤਬੁਦੀਨ ਐਬਕ, ਇਲਤੁਮਸ਼, ਫਿਰ ਉਸ ਤੋਂ ਬਾਅਦ ਬਲਬਨ। ਐਵੇਂ ਕਿ ਇਹਨਾਂ ਤਿੰਨਾਂ ਦੇ ਟੇਬਲ ਬਣਾ ਕੇ ਕਿ ਇਹਦੀ ਨੀਤੀ ਕੀ ਸੀ, ਇਹਦੀ ਟੈਕਸ ਇਕੱਠੀ ਕਰਨ ਦੀ ਨੀਤੀ ਕੀ ਸੀ ਅਤੇ ਇਹਦੀ ਟੈਕਸ ਇਕੱਠਾ ਕਰਨ ਦੀ ਨੀਤੀ ਕੀ ਸੀ। ਇਹਨੂੰ ਆਪਾਂ ਕੀ ਕਵਾਂਗੇ? ਮੀਨਸ ਕਿ ਇੱਕੋ ਕਲਾਸਰੂਮ ਦੇ ਵਿੱਚ ਤੁਸੀਂ 3 ਟੀਚਰਾਂ ਦੀ ਜਿਹੜੀ ਉਹ ਆ, 3 ਟੀਚਰਾਂ ਦਾ ਕੰਪੈਰੀਜ਼ਨ ਦੱਸਣਾ ਹੈ ਕਿ ਇਹਦੀ ਟੈਕਸ ਨੀਤੀ, ਇਹਦੀ ਟੈਕਸ ਨੀਤੀ ਅਤੇ ਇਹਦੀ ਟੈਕਸ ਨੀਤੀ 'ਚ ਕੀ ਫ਼ਰਕ ਸੀ। ਉਹਨੂੰ ਤੁਸੀਂ ਕੀ ਕਹੋਗੇ? ਉਹਨੂੰ ਤੁਸੀਂ ਕਹੋਗੇ ਟਾਈਮ ਚਾਰਟ, ਕਿ ਇਸ ਟਾਈਮ 'ਚ ਅਤੇ ਇਸ ਟਾਈਮ ਦੇ ਵਿੱਚ ਟੈਕਸ ਕਿੰਨਾ ਕਲੈਕਟ ਹੁੰਦਾ ਸੀ, ਕੌਣ ਕਰਦਾ ਸੀ, ਠੀਕ ਆ। ਅਤੇ ਟੈਕਸ ਕੈਸ਼ 'ਚ ਹੁੰਦਾ ਸੀ, ਚੀਜ਼ਾਂ ਲਈਆਂ ਜਾਂਦੀਆਂ ਸੀ, ਅਤੇ ਜਾਂ ਦੋਵਾਂ ਨੂੰ ਮਿਕਸ ਕਰਕੇ ਲਿਆ ਜਾਂਦਾ ਸੀ। ਸੋ ਟਾਈਮ ਲਾਈਨ ਦੇ ਨਾਲ ਤੁਸੀਂ ਇੱਕ ਟਾਈਮ ਚਾਰਟ ਬਣਾਓਗੇ ਜਿਹਦੇ ਨਾਲ ਤੁਸੀਂ ਇਹ ਸਮਝਾਓਗੇ, ਉਹਨੂੰ ਕਹਿੰਦੇ ਆ ਟਾਈਮ ਚਾਰਟ, ਸਮਾਂ ਸਾਰਣੀ। ਸੋ ਐਵੇਂ ਦੇ ਕਿੱਡੇ ਸੌਖੇ ਸਵਾਲ ਆ ਜਿਹੜੇ ਤੁਹਾਨੂੰ ਪੇਪਰ 'ਚ ਆ ਸਕਦੇ ਆ। ਨੈਕਸਟ ਅੱਗੇ ਆ ਗਿਆ ਜੀ ਆਪਣੇ ਕੋਲ ਅਗਲੀ ਚੀਜ਼, ਕਹਿੰਦੇ ਗਲੇਸਰਸ, ਜਿੰਨੇ ਕਿ ਪੜ੍ਹਾਈ ਬਾਰੇ ਜਾਂ ਸਿੱਖਣ ਬਾਰੇ, ਲਰਨਿੰਗ ਬਾਰੇ ਬਹੁਤ ਕੁਝ ਦੱਸਿਆ। ਕਹਿੰਦਾ ਗਲੇਸਰਸ ਦੀ ਜਿਹੜੀ ਕਲਾਸਰੂਮ ਥਿਊਰੀ ਆ ਉਹਦੇ 'ਚ ਇੰਸਟਰਕਸ਼ਨਲ ਪ੍ਰੋਸੀਜਰਸ, ਜਿਹਨੂੰ IP ਕਹਿੰਦੇ ਆ, ਇੰਸਟਰਕਸ਼ਨਲ ਓਬਜੈਕਟਿਵਸ IO, ਐਂਟਰੀ ਬਿਹੇਵੀਅਰ IB, ਪਰਫੋਰਮੈਂਸ ਅਸੈਸਮੈਂਟ PA। ਇਹਨਾਂ ਨੂੰ ਲੜੀਵਾਰ ਲਾਓ ਕਿ ਪਹਿਲਾਂ ਕਿਹੜਾ ਹੈ ਅਤੇ ਬਾਅਦ 'ਚ ਕਿਹੜਾ ਹੈ। ਤੁਹਾਨੂੰ ਪਤਾ ਗਲੇਸ਼ੀਅਰ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਗਲੇਸ਼ੀਅਰਸ ਦੀ ਥਿਊਰੀ ਜਿਹੜੀ ਸੀ ਉਹ 1962 'ਚ ਪੜ੍ਹਾਈ ਦਾ ਲਰਨਿੰਗ ਨਾਲ ਕੀ ਸੰਬੰਧ ਆ ਇਹ ਉਹਨੇ ਦੱਸਿਆ ਸੀ। ਪੜ੍ਹਾਈ ਦਾ ਮਤਲਬ ਕਿ ਵਿੱਦਿਆ ਦਾ ਜੋ ਅਸੀਂ ਪੜ੍ਹਦੇ ਹਾਂ ਉਹਦਾ ਸਿੱਖਣ ਨਾਲ ਕੀ ਸੰਬੰਧ ਆ, ਇਹ ਸਾਨੂੰ ਇੱਥੋਂ ਪਤਾ ਲੱਗਿਆ ਸੀ। ਅਤੇ ਇਹ ਇੱਕ ਸਾਈਕੋਲੋਜੀਕਲ ਮਾਡਲ ਸੀਗਾ ਟੀਚਿੰਗ ਦਾ। ਮਤਲਬ ਕਿ ਸਾਈਕੋਲੋਜੀਕਲ ਮਾਡਲ ਦਾ ਮਤਲਬ ਹੁੰਦਾ ਕਿ ਇਹ ਤੁਹਾਡੀ ਸਾਈਕੋਲੋਜੀ ਅਤੇ ਮਨੋਵਿਗਿਆਨ ਨਾਲ ਸੰਬੰਧਿਤ ਇੱਕ ਮਾਡਲ ਸੀਗਾ। ਇਹਦੇ 'ਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਕਹਾਣੀ ਬੜੀ ਸਿੰਪਲ ਜੀ ਗੱਲ ਆ, ਇੰਸਟਰਕਸ਼ਨਲ ਓਬਜੈਕਟਿਵ ਸਭ ਤੋਂ ਪਹਿਲਾਂ ਆਉਂਦਾ ਹੈ। ਮਤਲਬ ਇਹ ਕਿ ਇੱਕ ਟੀਚਰ ਜਦੋਂ ਕਲਾਸ 'ਚ ਆਉਣ ਲੱਗਦਾ ਹੈ, ਉਹਨੂੰ ਪਤਾ ਲੱਗਦਾ ਘੰਟੀ ਵੱਜ ਗਈ ਆ, ਉਹ ਸਭ ਤੋਂ ਪਹਿਲਾਂ ਉਹਦਾ ਇੰਸਟਰਕਸ਼ਨਲ ਓਬਜੈਕਟਿਵ ਕਿ ਉਹਨੇ ਕੀ ਅੱਗੇ ਜਾ ਕੇ ਉਹਦਾ ਪੜ੍ਹਾਉਣ ਦਾ ਮਕਸਦ ਕੀ ਆ, ਜੋ ਉਹਨੇ ਆਦੇਸ਼ ਦੇਣਾ ਹੈ ਉਹਦਾ ਕੀ ਮਕਸਦ ਆ। ਮਤਲਬ ਉਹ ਸਭ ਤੋਂ ਪਹਿਲਾਂ ਤਿਆਰ ਕਰਦਾ ਕਿ ਮੈਂ ਕੀ ਬੋਲਣਾ ਹੈ, ਕਲਾਸ 'ਚ ਕੀ ਪੜ੍ਹਾਉਣਾ ਹੈ। ਫਿਰ ਐਂਟਰਿੰਗ ਬਿਹੇਵੀਅਰ, ਕਲਾਸ 'ਚ ਐਂਟਰ ਕਰਕੇ ਹੀ ਦੇਖਦਾ ਹੈ, ਐਂਟਰ ਮਤਲਬ ਆ ਕੇ ਦੇਖਦਾ ਹੈ ਕਿ ਬੱਚੇ ਉਸ ਤਰੀਕੇ ਨੂੰ ਕਿਵੇਂ ਕਰਨਗੇ, ਐਂਟਰਿੰਗ ਬਿਹੇਵੀਅਰ। ਫਿਰ ਇੰਸਟਰਕਸ਼ਨਲ ਪ੍ਰੋਸੀਜਰ, ਫਿਰ ਉਹ ਪੂਰਾ ਪ੍ਰੋਸੀਜਰ ਤਿਆਰ ਕਰਦਾ ਕਿ ਪਹਿਲਾਂ ਮੈਂ ਕੀ ਪੜ੍ਹਾਊਂਗਾ, ਬਾਅਦ 'ਚ ਮੈਂ ਕੀ। ਹੁਣ ਮੰਨ ਲਓ ਮੈਨੂੰ ਪਤਾ ਕਿ ਇੱਕ ਔਖਾ ਚੈਪਟਰ ਇਹਨਾਂ ਨੂੰ ਨਹੀਂ ਸਮਝ ਆਉਣਾ, ਮੈਂ ਉਹਨੂੰ ਬਹੁਤ ਸੌਖਾ ਕਰਕੇ ਪੜ੍ਹਾਊਂਗਾ। ਮੈਨੂੰ ਪਤਾ ਲੱਗ ਗਿਆ ਕਿ ਇਹ ਚੈਪਟਰ ਬਹੁਤ ਸੌਖਾ ਹੈ, ਫਿਰ ਮੈਂ ਪ੍ਰੋਸੀਜਰ ਤੈਅ ਕਰ ਲਿਆ ਕਿ ਇਹਨੂੰ ਇੰਨੇ ਘੰਟਿਆਂ 'ਚ ਹੀ ਪੜ੍ਹਾ ਦੂੰਗਾ, ਮੈਂ 2 ਚੈਪਟਰ ਇਕੱਠੇ ਪੜ੍ਹਾਉਣੇ ਅੱਜ, ਪੂਰਾ ਪ੍ਰੋਸੀਜਰ।
ਫਿਰ ਲਾਸਟ 'ਚ ਜਾਂਦਾ ਜਾਂਦਾ ਫਿਰ ਅਸੈਸਮੈਂਟ ਕਿ ਕੀ ਬਣਿਆ, ਕਿੰਨਾ ਕੁ ਸਮਝ ਆਇਆ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਬੇਸਿਕਲੀ ਜੇ ਸਭ ਤੋਂ ਪਹਿਲਾਂ ਦੇਖੀਏ ਇੰਸਟਰਕਸ਼ਨਲ ਆਬਜੈਕਟਿਵ ਸਭ ਤੋਂ ਪਹਿਲਾਂ ਗਲੇਜ਼ਰ ਨੇ ਕਿਹਾ ਸੀਗਾ। ਦੂਜੇ ਨੰਬਰ 'ਤੇ ਫਿਰ ਉਹ ਆ ਕੇ ਦੇਖਦਾ ਹੈ ਐਂਟਰੀ ਬਿਹੇਵੀਅਰ। ਤੀਸਰੇ ਨੰਬਰ 'ਤੇ ਫਿਰ ਉਹ ਦੇਖਦਾ ਹੈ ਇੰਸਟਰਕਸ਼ਨਲ ਪ੍ਰੋਸੀਜਰ ਕਿ ਬਈ ਮੈਂ ਕਿਵੇਂ ਕਿਵੇਂ ਪੜ੍ਹਾਉਣਾ ਹੈ, ਅਤੇ ਚੌਥੇ ਨੰਬਰ 'ਤੇ ਫਿਰ ਉਹ ਫਾਈਨਲੀ ਅਸੈਸਮੈਂਟ। ਸੋ ਗਲੇਜ਼ਰ ਦੇ ਇਸ ਮਾਡਲ ਦੇ ਹਿਸਾਬ ਨਾਲ ਸੀਕੁਐਂਸ ਲਾਉਣਾ, ਮਤਲਬ ਕਿ ਇੱਕ ਕਰਮ ਚਲਾਉਣਾ, ਉਹ ਕਹਾਣੀ ਮੈਂ ਜਸਟ ਸਮਝਾਤੀ। ਬਾਕੀ ਦੇਖੋ ਪੈਡਾਗੋਜੀ ਪੜ੍ਹਾਉਣ ਵਾਲੇ ਤਾਂ ਜਿਨ੍ਹਾਂ ਨੇ ਇੱਥੇ ਪੂਰੀ ਡਿਟੇਲ 'ਚ ਹਿਸਟਰੀ ਪੜ੍ਹਾ ਦੇਣੀ ਆ ਪੂਰੀ, ਕਿ ਗਲੇਜ਼ਰ ਨੇ ਕਿਉਂ ਕਿਹਾ, ਕੀ ਕਿਹਾ, ਕਿਵੇਂ ਕਿਹਾ, ਸੋ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਕਹਾਣੀ ਕਲੀਅਰ ਕਰ ਹੀ ਦੇਣੀ ਆ। ਬਟ ਮੇਰਾ ਮਕਸਦ ਸਿਰਫ ਇਸ ਲੈਵਲ ਤੱਕ ਸੀਮਿਤ ਕਰਨਾ ਸੀਗਾ। ਕਹਿੰਦੇ ਇਹ ਉਹ ਹਦਾਇਤਾਂ ਜਿਹੜੀਆਂ ਲਰਨਰਸ ਤੇ ਲਰਨਿੰਗ ਸਟਾਈਲ ਐਂਡ ਇਜ਼ ਅਡਾਪਟਡ ਅਕੋਰਡਿੰਗਲੀ ਇਜ਼ ਸੈਡ ਟੂ ਬੀ। ਭਾਵ ਹੁਣ ਇੱਕ ਸਿੰਪਲ ਜੀ ਗੱਲ ਆ, ਕਹਿੰਦੇ ਇਹ ਉਹ ਕਿਹੜਾ ਪੜ੍ਹਾਉਣ ਦਾ ਤਰੀਕਾ ਹੈ, ਪੰਜਾਬੀ 'ਚ ਸਮਝੋ, ਉਹ ਕਿਹੜਾ ਪੜ੍ਹਾਉਣ ਦਾ ਤਰੀਕਾ ਹੈ ਜਿਹਦੇ 'ਚ ਸਾਨੂੰ ਇਹ ਸਮਝ ਆ ਜੇ ਕਿ ਬੱਚਿਆਂ ਦਾ ਲੈਵਲ ਵੱਖੋ ਵੱਖ ਆ ਅਤੇ ਹਰ ਬੱਚੇ ਨੂੰ ਉਹਦੇ ਲੈਵਲ ਦੇ ਮੁਤਾਬਕ ਪੜ੍ਹਾਉਣਾ। ਇਹਨੂੰ ਕਹਿੰਦਾ ਵਿਭਿੰਨਤਾ ਵਾਲਾ ਪ੍ਰਕਿਰਿਆ। ਦਿਸ ਇਜ਼ ਕਾਲਡ ਡਿਫਰੈਂਸ਼ੀਏਟਡ ਮੈਥਡ ਆਫ ਲਰਨਿੰਗ। ਭਾਵ ਵਿਭਿੰਨਤਾ ਵਾਲਾ ਤਰੀਕਾ ਕਿ ਭਈ ਭਿੰਨ ਭਿੰਨ ਵੈਰਾਈਟੀ ਦਾ ਲੈਵਲ ਆ ਬੱਚਿਆਂ ਦਾ ਅਤੇ ਉਹਨਾਂ ਨੂੰ ਉਹਨਾਂ ਦੇ ਲੈਵਲ ਦੇ ਮੁਤਾਬਕ ਪੜ੍ਹਾਉਣਾ। ਦਿਸ ਇਜ਼ ਕਾਲਡ ਡਿਫਰੈਂਸ਼ੀਏਟਡ ਟਾਈਪ ਆਫ ਟੀਚਿੰਗ। ਸੋ ਇਹਨੂੰ ਵਿਭਿੰਨਤਾ ਵਾਲਾ ਤਰੀਕਾ ਕਹਿੰਦੇ ਆ, ਡਿਫਰੈਂਸ਼ੀਏਟਡ ਇੰਸਟਰਕਸ਼ਨਸ। ਇਹਨੂੰ ਬੇਸਿਕਲੀ ਕਹਿੰਦੇ ਆ ਵਿਭਿੰਨਤਾ ਵਾਲਾ ਤਰੀਕਾ ਜਾਂ ਵਿਭਿੰਨਤਾ ਵਾਲਾ ਤਰੀਕਾ ਜਿਹਦੇ ਨਾਲ ਹਦਾਇਤਾਂ ਦੇਣੀਆਂ। ਤੁਹਾਨੂੰ ਪਤਾ ਹੈ ਕਿ ਹਰ ਬੱਚੇ ਦੀ ਸਮਝ, ਹਰ ਬੱਚੇ ਦੇ ਸਮਝਣ ਦਾ ਤਰੀਕਾ, ਹਰ ਬੱਚੇ ਦੇ ਸਮਝਣ ਦੀ ਭਾਸ਼ਾ ਮੇ ਵੀ ਕਲਾਸ 'ਚ ਅੱਡ ਅੱਡ ਹੋਵੇ। ਤੁਸੀਂ ਇਹੋ ਜਿਹੇ ਸਕੂਲ 'ਚ ਪੜ੍ਹ ਰਹੇ ਹੋ ਜਿੱਥੇ ਚਾਈਨੀਜ਼, ਜੈਪਨੀਜ਼ ਅਤੇ ਫਲਾਣੇ ਬੱਚੇ ਇਕੱਠੇ ਆ, ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ, ਉਹਨਾਂ ਦੀਆਂ ਉਦਾਹਰਨਾਂ 'ਚ, ਉਹਨਾਂ ਦੇ ਲੈਵਲ ਦੇ ਮੁਤਾਬਕ ਪੜ੍ਹਾਉਣਾ। ਦਿਸ ਇਜ਼ ਕਾਲਡ ਡਿਫਰੈਂਸ਼ੀਏਟਡ ਅਪਰੋਚ। ਭਾਵ ਕਿ ਡਿਫਰੈਂਸ਼ੀਏਟਡ ਤਰੀਕਾ, ਵਿਭਿੰਨਤਾ ਵਾਲਾ ਤਰੀਕਾ ਹੈ ਪੜ੍ਹਾਉਣ ਵਾਲਾ। ਸੋ ਇੱਥੇ ਟੀਚਰ ਨੂੰ ਇਸ ਤਰੀਕੇ ਨਾਲ ਪੜ੍ਹਾਉਣਾ ਪੈਂਦਾ ਹੈ। ਉਮੀਦ ਕਰਦਾ ਕਿ ਕਹਾਣੀ ਸਮਝ ਆ ਗਈ ਹੋਊਗੀ। ਅੱਗੇ ਆ ਜਾਓ। ਸਭ ਤੋਂ ਇੰਪੋਰਟੈਂਟ ਗੱਲ, ਕਹਿੰਦੇ ਟੀਚਿੰਗ ਦੀ ਇਹੋ ਜਿਹੀ ਸਟ੍ਰੈਟੇਜੀ ਪੜ੍ਹਾਉਣ ਸੋਸ਼ਲ ਸਾਇੰਸ ਨੂੰ ਜਿਹੜੀ ਕਿ ਮਤਲਬ ਕਿ ਜੋਗ੍ਰਾਫੀਕਲ ਮੋਨੂਮੈਂਟਸ ਅਤੇ ਹਿਲ ਸਟੇਸ਼ਨਸ ਨੂੰ ਵਿੱਚ ਕਵਰ ਕਰਦੀ ਹੋਵੇ। ਸਮਾਜਿਕ ਵਿਗਿਆਨ ਦਾ ਉਹ ਅਧਿਐਨ ਦੀ ਪ੍ਰਕਿਰਿਆ 'ਚੋਂ ਕਿਹੜੀ ਆ ਜਿਹੜੀ ਪਹਾੜੀ ਇਲਾਕਿਆਂ ਅਤੇ ਭੂਗੋਲਿਕ ਇਮਾਰਤਾਂ ਦੇ ਸੈਰ ਸਪਾਟੇ ਦੀ ਇਜਾਜ਼ਤ ਦਿੰਦੀ ਹੈ। ਮਤਲਬ ਸਪੋਜ਼ ਕਰੋ ਹੁਣ ਕੋਈ ਮੈਨੂੰ ਕਹਿ ਦੇ ਕਿ ਸਾਡਾ ਨਾ ਇੱਕ ਰਿਸ਼ਤੇਦਾਰ ਬੜਾ ਘੁੰਮਦਾ ਹੈ। ਉਹ ਜਿਹੜਾ ਘੁੰਮਦਾ ਨਾ ਉਹਨੂੰ ਇਹ ਪਤਾ ਹੁੰਦਾ ਨੀਲਗਿਰੀ ਕਿੱਥੇ ਆ, ਮਹਿੰਦਰਗਿਰੀ ਕਿੱਥੇ ਆ, ਵਿੰਧਿਆਸ ਕਿੱਥੇ ਆ, ਸਤਪੁੜਾ ਦੇ ਪਹਾੜ ਕਿੱਥੇ ਆ, ਮਾਊਂਟ ਆਬੂ ਕਿੱਥੇ ਆ, ਦਿੱਲੀ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਲਡਿੰਗਾਂ ਹੈ। ਉਹ ਕਿਉਂਕਿ ਐਕਸਪੈਰੀਐਂਸ਼ੀਅਲ ਲਰਨਿੰਗ ਜਿਹਨੂੰ ਆਪਾਂ ਕਹਿ ਦਿੰਦੇ ਪ੍ਰਯੋਗਵਾਦੀ ਸਿੱਖਿਆ ਪ੍ਰਕਿਰਿਆ, ਇਹਦੇ 'ਚ ਕੀ ਕਰਦੇ ਹੋ ਤੁਸੀਂ, ਪ੍ਰਯੋਗਵਾਦੀ 'ਚ ਹਰ ਚੀਜ਼ ਦਾ ਪ੍ਰਯੋਗ ਕਰਦੇ ਹੋ ਜਾ ਕੇ। ਜਿਵੇਂ ਜੇ ਕੋਈ ਸਾਇੰਸ ਵਾਲੇ ਬੱਚੇ ਆ, ਉਹਨਾਂ ਨੂੰ ਕਹਿਤਾ ਅੱਛਾ ਤੁਸੀਂ ਐਕਸਪੈਰੀਮੈਂਟ ਕਰ ਕਰਕੇ ਆਹ ਪੱਤੀਆਂ ਪਾ ਕੇ ਆਹ ਕੈਮੀਕਲ ਬਣਾ ਸਕਦੇ ਹੋ, ਅਤੇ ਇਹ ਪੱਤੀਆਂ ਮਿਲਣਗੀਆਂ ਕਿੱਥੋਂ, ਇਹ ਫਲਾਣੇ ਪਹਾੜਾਂ 'ਚੋਂ। ਬੱਚਿਆਂ ਨੂੰ ਲੈ ਜਾਓ ਮਸੂਰੀ, ਉੱਥੇ ਉਹ ਪੱਤੇ ਤੜਵਾ ਕੇ ਲਿਆਓ, ਫਿਰ ਉੱਥੇ ਹੀ ਉਹਨਾਂ ਨੂੰ ਭੰਨੋ, ਸੁਕਾਓ, ਫਿਰ ਉਹਨਾਂ ਨੂੰ ਤਜਰਬਾ ਕਰਕੇ ਦਿਖਾਓ। ਇਹਨੂੰ ਕਹਿੰਦੇ ਪ੍ਰਯੋਗਵਾਦੀ ਪ੍ਰਣਾਲੀ, ਪ੍ਰਯੋਗਵਾਦੀ ਸਿੱਖਿਆ ਦੀ ਪ੍ਰਕਿਰਿਆ, ਐਕਸਪੈਰੀਐਂਸ਼ੀਅਲ ਲਰਨਿੰਗ। ਸੋ ਇਹ ਐਕਸਪੈਰੀਐਂਸ਼ੀਅਲ ਲਰਨਿੰਗ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਜਿਹੜੀ ਚੀਜ਼ ਬੱਚੇ ਨੂੰ ਪੜ੍ਹਾਈ ਆ, ਪ੍ਰਯੋਗਵਾਦੀ ਸਿੱਖਿਆ ਪ੍ਰਕਿਰਿਆ ਪ੍ਰਣਾਲੀ ਹੁੰਦੀ ਹੀ ਉਹ ਆ ਕਿ ਜੋ ਤੁਸੀਂ ਬੱਚੇ ਨੂੰ ਪੜ੍ਹਾਇਆ ਉਹਦਾ ਐਕਸਪੈਰੀਮੈਂਟ ਪ੍ਰਯੋਗ ਕਰਕੇ ਦਿਖਾਓ ਬੱਚੇ ਨੂੰ। ਉਮੀਦ ਕਰਦਾ ਕਿ ਇਹ ਕਹਾਣੀ ਸਮਝ ਆ ਗਈ ਹੋਊਗੀ। ਠੀਕ ਆ। ਸੋ ਇਹਦੇ 'ਚ ਤੁਸੀਂ ਬੱਚੇ ਨੂੰ ਐਕਟ ਸੋਚ ਕੇ ਉੱਥੇ ਲੈ ਕੇ ਤਜਰਬਾ ਕਰਾਉਂਦੇ ਹੋ ਉਸ ਚੀਜ਼ ਦਾ। ਸੋ ਐਕਸਪੈਰੀਐਂਸ਼ੀਅਲ ਅਨੁਭਵੀ ਸਿੱਖ ਜਿਹੜੀ ਆ ਸਿੱਖਿਆ ਪ੍ਰਣਾਲੀ ਉਹ ਕੀ ਹੈ, ਕਹਿੰਦੇ ਟੀਮ ਟੀਚਿੰਗ ਜਿਹੜੀ ਹੁੰਦੀ ਆ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਟੋਲੀ ਅਧਿਆਪਨ। ਮਤਲਬ ਕਿ ਟੀਮ ਟੀਚਿੰਗ ਜਿਹੜਾ ਹੈ ਉਹਦਾ ਕੀ ਕਨਸੈਪਟ ਆ। ਟੀਮ ਟੀਚਿੰਗ ਦਾ ਬੜਾ ਸਿੰਪਲ ਜਿਹਾ ਕਨਸੈਪਟ ਆ। ਜਦੋਂ ਤੁਹਾਨੂੰ ਕਲਾਸ ਦੇ ਵਿੱਚ 2 ਜਾਂ 3 4 ਬੈਸਟ ਟੀਚਰ ਆ ਕੇ ਪੜ੍ਹਾਉਣ, ਅਤੇ ਹਰ ਟੀਚਰ ਜਦੋਂ ਇੱਕ ਟੌਪਿਕ ਪੜ੍ਹਾ ਰਿਹਾ, 4 ਟੀਚਰ ਇੱਕੋ ਸਬਜੈਕਟ ਦੇ ਆ, ਜਿਹੜਾ ਟੌਪਿਕ ਉਹਨਾਂ ਦਾ ਬੜਾ ਬੈਸਟ ਆ, ਕੀ ਪਤਾ ਕਿਸੇ ਬੰਦੇ ਦਾ ਮੱਧਕਾਲੀਨ ਭਾਰਤ 'ਤੇ ਬਹੁਤ ਕਮਾਂਡ ਆ, ਕਿਸੇ ਬੰਦੇ ਦੀ ਪ੍ਰਾਚੀਨ ਭਾਰਤ 'ਤੇ ਬਹੁਤ ਕਮਾਂਡ ਆ, ਕਿਸੇ ਦੀ ਆਧੁਨਿਕ ਭਾਰਤ 'ਤੇ, ਤਾਂ ਉਹ ਆਪੋ ਆਪਣਾ ਹਿੱਸਾ ਬੈਸਟ ਦੇਣਗੇ। ਇਟ ਮੀਨਸ ਟੀਮ ਟੀਚਿੰਗ ਦਾ ਸਭ ਤੋਂ ਵਧੀਆ ਫਾਇਦਾ ਹੁੰਦਾ ਕਿ ਜਿਹੜਾ ਬੈਸਟ ਟੀਚਰ ਆ ਉਹਦਾ ਬੈਸਟ ਪਾਰਟ ਵਿਦਿਆਰਥੀਆਂ ਨਾਲ ਸ਼ੇਅਰ ਕੀਤਾ ਜਾਂਦਾ ਹੈ। ਮਤਲਬ ਇੱਕ ਬਹੁਤ ਚੰਗੇ ਵਿਦਿਆਰਥੀ ਦਾ ਬਹੁਤ ਚੰਗੇ ਵਾਲਾ ਹਿੱਸਾ ਜਿਹੜੇ ਤੇ ਉਹਦੀ ਬੜੀ ਸੋਹਣੀ ਕਮਾਂਡ ਆ, ਉਹ ਆਪਣਾ ਬੱਚਿਆਂ ਨਾਲ ਸਾਂਝਾ ਕਰਦਾ। ਇਹਨੂੰ ਕਹਿੰਦੇ ਆ ਟੀਮ ਟੀਚਿੰਗ। ਸੋ ਇੱਕ ਜਾਂ ਇੱਕ ਤੋਂ ਵੱਧ ਟੀਚਰਸ, ਜਦੋਂ 2 or 3 ਟੀਚਰਸ ਇਨ ਕਲਾਸ ਹੋਣ, ਤਾਂ ਉਹ ਇਸ ਪ੍ਰਕਿਰਿਆ ਨੂੰ ਫੋਲੋ ਕਰਦੇ ਆ। ਸੋ ਇਹਨੂੰ ਕੋਲੈਬੋਰੇਟਿਵ ਟੀਚਿੰਗ ਵੀ ਕਿਹਾ ਜਾਂਦਾ ਹੈ। ਠੀਕ ਆ। ਸਹਿਯੋਗੀ ਅਧਿਆਪਨ ਜਾਂ ਸਹਿ ਅਧਿਆਪਨ ਸ਼ਬਦ ਨਾਲ ਵੀ ਬੁਲਾਇਆ ਜਾਂਦਾ ਹੈ ਟੋਲੀ ਅਧਿਆਪਨ ਨੂੰ। ਸੋ ਟੋਲੀ ਅਧਿਆਪਨ ਇਹਦਾ ਪੰਜਾਬੀ 'ਚ ਨਾਮ ਹੋ ਗਿਆ। ਅੱਗੇ ਆ ਜਾਓ। ਕਹਿੰਦਾ
ਕਿਹੜੇ ਚਾਰਟ ਕਲਾਸਰੂਮ 'ਚ ਲਾਏ ਜਾਂਦੇ ਆ ਜਿਹਦੇ ਨਾਲ ਪਿਕਚਰਸ ਡਾਇਗਰਾਮ ਜਿਹਦੇ ਆਪਣੇ ਬਣੇ ਹੁੰਦੇ ਆ ਪ੍ਰੈਂਬਲ ਦਾ ਜਾਂ ਸੇਬਾਂ ਦੇ ਨਾਮ ਫਲਾਂ ਦੇ ਟੂਇਪ ਨਾਮ ਸੇਬਾਂ ਦੇ ਤਾਂ ਨਹੀਂ ਫੁੱਲਾਂ ਦੇ, ਉਹਨੂੰ ਕਹਿੰਦੇ ਪਿਕਟੋਰੀਅਲ ਚਾਰਟਸ, ਤਸਵੀਰਾਂ ਯੁਕਤ ਚਾਰਟ ਜਿਹੜੇ ਹੁੰਦੇ ਆ ਜਿਵੇਂ ਦੇ ਅਕਸਰ ਇਹ ਹੁੰਦੇ ਆ। ਸੋ ਉਮੀਦ ਕਰਦਾ ਵੈਸੇ ਤਾਂ ਤੁਸੀਂ ਬੇਸ਼ੱਕ ਤੁਸੀਂ ਇਹਦੀ ਜਗ੍ਹਾ ਤੇ ਗਰਮ ਖਿਆਲੀ ਨਰਮ ਖਿਆਲੀਆਂ ਦੇ ਚਾਰਟ ਵੀ ਲਾ ਸਕਦੇ ਹੋ, ਭਾਰਤ ਮਾਤਾ ਦਾ ਚਾਰਟ ਵੀ ਲਾ ਸਕਦੇ ਹੋ, ਠੀਕ ਆ। ਭਾਰਤ ਮਾਤਾ ਦਾ ਪੈਟਰਨ ਕਿਵੇਂ ਦਾ ਰਿਹਾ ਕਿ 1905 'ਚ ਭਾਰਤ ਮਾਤਾ ਐਵੇਂ ਦੀ ਸੀ, 1929 'ਚ ਐਵੇਂ ਦੀ ਸੀ, ਫਿਰ ਐਵੇਂ ਦੀ ਸੀ। ਭਾਰਤ ਦੇ ਝੰਡਿਆਂ ਦਾ 1929 'ਚ ਬੰਗਾਲੀ ਨੇ ਜਦੋਂ ਬਣਾਇਆ ਸੀ ਉਦੋਂ ਝੰਡਾ ਐਵੇਂ ਦਾ ਸੀ, ਫਿਰ ਐਵੇਂ ਦਾ ਸੀ, ਫਿਰ ਗਾਂਧੀ ਵਾਲਾ ਐਵੇਂ ਦਾ ਸੀ, ਫਿਰ 47 ਤੋਂ ਬਾਅਦ ਝੰਡਾ ਐਵੇਂ ਦਾ ਹੋ ਗਿਆ, ਨੋਟ ਪਹਿਲਾਂ ਐਵੇਂ ਦੇ ਸੀ, ਫਿਰ ਇਹ। ਸੋ ਪਿਕਟੋਰੀਅਲ ਗ੍ਰਾਫਸ ਨਾਲ ਅਸੀਂ ਕਿੰਨਾ ਕੁਝ ਸਮਝ ਸਕਦੇ ਹਾਂ, ਠੀਕ ਆ। ਚਿੱਤਰਾਂ ਵਾਲੇ ਜਿਹੜੇ ਗ੍ਰਾਫ ਹੁੰਦੇ ਆ। ਸੋ ਬਹੁਤ ਇੰਪੋਰਟੈਂਟ ਕੁਐਸਚਨ ਸੀਗਾ। 45ਵਾਂ ਸਵਾਲ ਕਹਿੰਦੇ ਏਕਾਤਮਿਕ ਭਾਵ ਕਿ ਯੂਨਿਟਰੀ ਸਰਕਾਰ ਕੀ ਹੁੰਦੀ ਆ? ਮੈਨੂੰ ਨਹੀਂ ਪਤਾ, ਤੁਹਾਨੂੰ ਪਤਾ ਕਿ ਨਹੀਂ। ਦੂਜੀ ਇਹ ਤੋਂ ਵਿਰੋਧੀ ਹੁੰਦੀ ਆ ਸੰਘੀ ਸਰਕਾਰ, ਫੈਡਰਲ ਗੌਰਮੈਂਟ, ਭਾਵ ਯੂਨਿਟਰੀ ਸਰਕਾਰ ਜਿੱਥੇ ਕੇਂਦਰ ਦਾ ਕੰਟਰੋਲ ਬਹੁਤ ਆ, ਸੂਬਿਆਂ ਨੂੰ ਸਾਹ ਹੀ ਨਹੀਂ ਲੈਣ ਦਿੰਦੇ, ਰਾਜਾਂ ਨੂੰ ਸਾਹ ਹੀ ਨਹੀਂ ਲੈਣ ਦਿੰਦੇ। ਕਹਿੰਦੇ ਸਟੇਟ ਗੌਰਮੈਂਟ ਜਿਹੜੀ ਆ ਉਹ ਕਨਵਰਜੇਬਲ ਹੁੰਦੀ ਆ ਕੇਂਦਰੀ ਸਰਕਾਰ 'ਚ, ਮਤਲਬ ਕਿ ਸਟੇਟ ਸਰਕਾਰ ਕੇਂਦਰ ਦੇ ਪੂਰੇ ਕੰਟਰੋਲ 'ਚ ਹੁੰਦੀ ਆ। ਬਿਲਕੁਲ ਸਹੀ, ਇਹ ਵੀ ਗੱਲ ਸਹੀ ਹੈ। ਗਲਤ ਪੁੱਛਿਆ। ਸੈਂਟਰ ਸਰਕਾਰ ਜਿਹੜੀ ਆ ਉਹ ਸਟੇਟ ਸਰਕਾਰ ਨੂੰ ਕੁਝ ਵੀ ਕਹਿਣ ਦਾ ਆਰਡਰ ਨਹੀਂ ਦੇ ਸਕਦੀ। ਆਹ ਸਹੀ ਆਨਸਰ ਆ ਕਿਉਂਕਿ ਇਹ ਗਲਤ ਆ, ਉਹਨਾਂ ਨੇ ਗਲਤੀ ਪੁੱਛਿਆ। ਸੈਂਟਰ ਸਰਕਾਰ ਕੋਈ ਵੀ ਆਰਡਰ ਰਾਜਾਂ ਦੀਆਂ ਸਰਕਾਰਾਂ ਨੂੰ, ਪ੍ਰੋਵਿੰਸ਼ੀਅਲ ਗੌਰਮੈਂਟ ਹੁੰਦੀ ਹੈ ਰਾਜਾਂ ਦੀ ਸਰਕਾਰ, ਸਟੇਟ ਗੌਰਮੈਂਟ ਦਾ ਹੀ ਦੂਜਾ ਅੰਗਰੇਜ਼ੀ 'ਚ ਨਾਮ ਆ। ਕਹਿੰਦੇ ਦੇਰ ਇਜ਼ ਜਾਂ ਤਾਂ ਇੱਕੋ ਲੈਵਲ ਦੀ ਸਰਕਾਰ ਹੁੰਦੀ ਹੈ ਬਿਲਕੁਲ, ਜਾਂ ਤਾਂ ਇਕੱਲੀ ਹੁੰਦੀ ਕੇਂਦਰ ਦੀ ਸਰਕਾਰ ਆ, ਅਦਰਵਾਈਜ਼ ਛੋਟੀਆਂ ਸਰਕਾਰਾਂ ਉਹਨਾਂ ਦੇ ਅਧੀਨ ਹੁੰਦੀਆਂ। ਬਿਲਕੁਲ ਸਹੀ ਗੱਲ ਆ। ਭਾਰਤ ਵੀ ਯੂਨਿਟਰੀ ਗੌਰਮੈਂਟ ਆ। ਇੱਥੇ ਸਟੇਟ ਸਰਕਾਰਾਂ ਨੂੰ ਜਦੋਂ ਮਰਜ਼ੀ ਐਮਰਜੈਂਸੀ ਲਾ ਕੇ, ਪ੍ਰੈਜ਼ੀਡੈਂਟ ਰੂਲ ਲਾ ਕੇ, ਰਾਸ਼ਟਰਪਤੀ ਸ਼ਾਸਨ ਲਾ ਕੇ ਭੰਗ ਕਰਿਆ ਜਾ ਸਕਦਾ ਹੈ। ਸੋ ਕਿਹੜੀ ਗੱਲ ਯੂਨਿਟਰੀ? ਹੁਣ ਤੁਸੀਂ ਕਹੋਗੇ ਮੈਂ ਬਕਾਇਦਾ ਪੂਰੀ ਦੀ ਪੂਰੀ ਸਿਵਿਕਸ ਜਿਹੜੀ ਆ, ਜਿਹੜੇ ਚੈਨਲ 'ਤੇ ਤੁਸੀਂ ਆ ਵੀਡੀਓ ਦੇਖ ਰਹੇ ਹੋ ਉਹਦੀ ਪਲੇਲਿਸਟ ਦੇਖੋ ਜਾ ਕੇ, ਪੂਰੀ ਦੀ ਪੂਰੀ ਸਿਵਿਕਸ ਦੇ ਰੋਜ਼ ਲੈਕਚਰ ਚੱਲ ਰਹੇ ਆ ਤੇ ਬਿਲਕੁਲ ਪ੍ਰੀਮੀਅਰ ਲੱਗੇ ਹੋਏ ਆ। ਆਲਰੇਡੀ ਚੈਨਲਾਂ ਨੂੰ ਅਸੀਂ ਆਪਣੇ ਚੈਪਟਰਾਂ ਨੂੰ ਰਿਕਾਰਡ ਕਰਕੇ ਸਮਾਂ ਸਾਰਣੀ 'ਚ ਪਾਤਾ। ਰੋਜ਼ ਰਾਤ 8 ਵਜੇ ਕਲਾਸ ਲੱਗਦੀ ਆ। 6 ਵਜੇ ਮਾਡਰਨ ਹਿਸਟਰੀ ਦੀ ਕਲਾਸ ਆ ਤੇ 8 ਵਜੇ ਸਿਵਿਕਸ ਦੀ ਕਲਾਸ ਆ। ਮਾਡਰਨ ਹਿਸਟਰੀ ਦੀ ਕਲਾਸ ਦਾ ਲੈਵਲ ਆ PS ਟੈਟ ਦਾ ਤੇ ਸਿਵਿਕਸ ਦੀ ਕਲਾਸ ਦਾ ਲੈਵਲ ਆ ਮਾਸਟਰ ਕੈਡਰ ਦਾ। ਸੋ ਅਸੀਂ ਦੋਵਾਂ ਲੈਵਲਾਂ ਨੂੰ ਵੱਖੋ ਵੱਖ ਕਿਉਂ ਪੜ੍ਹਾ ਰਹੇ ਹਾਂ? ਕੋਈ ਬੱਚਾ ਕਿਹੜਾ ਮਰਜ਼ੀ ਕੋਰਸ ਲੈ ਸਕਦਾ ਹੈ, ਭਾਵੇਂ ਦੋਵਾਂ ਦਾ ਮਿਕਸ ਕੋਰਸ ਵੀ ਲੈ ਲੇ, ਭਾਵੇਂ ਦੋਵਾਂ ਦਾ ਵੱਖੋ ਵੱਖ ਕੋਰਸ ਵੀ ਲੈ ਲੇ, ਠੀਕ ਆ। ਸੋ ਕਈ ਬੱਚੇ ਕਹਿੰਦੇ ਹੁੰਦੇ ਸਰ ਅਸੀਂ ਸਿਰਫ ਤੁਹਾਡੇ ਕੋਲੋਂ ਮਾਸਟਰ ਕੈਡਰ ਦੀ ਤਿਆਰੀ ਕਰਨੀ ਆ, ਕੋਈ ਕਹਿੰਦਾ ਸਰ ਅਸੀਂ ਸਿਰਫ ਤੁਹਾਡੇ ਕੋਲੋਂ PS ਟੈਟ ਦੀ ਤਿਆਰੀ ਕਰਨੀ ਆ, ਕੋਈ ਕਹੇ ਸਰ ਦੋਵੇਂ ਤਿਆਰੀਆਂ, ਸਿਲੇਬਸ ਤਾਂ ਇੱਕੋ ਹੀ ਹੁੰਦਾ ਪਰ ਫਿਰ ਵੀ ਪੇਪਰ ਦੇ ਪੈਟਰਨ 'ਚ ਫਰਕ ਹੈਗਾ ਨਾ। ਸੋ ਅਸੀਂ ਤਾਂ ਦੋਵਾਂ ਦਾ ਕੰਬਾਈਨਡ ਕੋਰਸ ਵੀ ਤੁਹਾਨੂੰ ਦੇਣ ਨੂੰ ਤਿਆਰ ਆ ਕਿ ਤੁਸੀਂ ਕਰਨ ਵਾਲੇ ਬਣੋ ਬਸ। ਕਹਿੰਦੇ ਯੂਨਿਟਰੀ ਸਰਕਾਰ ਜਿਹੜੀ ਆ, ਏਕਮਿਤਕ ਸਰਕਾਰ ਤੇ ਸੰਘੀ ਸਰਕਾਰ, ਉਹਨਾਂ 'ਚ ਫਰਕ ਕੀ ਹੈ ਦੱਸ ਹੀ ਦਿੱਤਾ ਮੈਂ। ਸਵਾਲ ਇਹ ਆ ਕੇਂਦਰੀ ਸੂਚੀ 'ਚ, ਤੁਹਾਨੂੰ ਪਤਾ ਭਾਰਤ ਦੇ ਵਿੱਚ ਕੋਈ ਵੀ ਕਾਨੂੰਨ ਆ ਜਿਹੜਾ, ਜਾਂ ਤਾਂ ਉਹਦੇ 'ਤੇ ਕਾਨੂੰਨ ਕੇਂਦਰ ਬਣਾਉਂਦਾ ਜਾਂ ਸੂਬਾ ਸਰਕਾਰਾਂ ਜਾਂ ਸਾਂਝੇ। ਜਿਹੜੇ ਵਿਸ਼ਿਆਂ 'ਤੇ ਕਾਨੂੰਨ ਸਿਰਫ ਕੇਂਦਰ 'ਚ ਬਣਦੇ ਆ ਉਹਨੂੰ ਕੇਂਦਰੀ ਸੂਚੀ ਕਹਿੰਦੇ ਆ। ਪੁਲਿਸ ਦੇ ਕਾਨੂੰਨ ਰਾਜਾਂ 'ਚ ਬਣਦੇ ਆ, ਸਟੇਟ ਲਿਸਟ। ਵਪਾਰ ਵੀ ਰਾਜਾਂ ਦੀ ਸੂਚੀ 'ਚ ਹੀ ਆ। ਐਗਰੀਕਲਚਰ ਵੀ ਰਾਜਾਂ ਦੀ ਸੂਚੀ 'ਚ ਹੀ ਆ। ਤੇ ਡਿਫੈਂਸ, ਰੱਖਿਆ ਜਿਹੜਾ ਹੈ ਉਹ ਕੇਂਦਰੀ ਸੂਚੀ 'ਚ ਆ। ਸੋ ਰੱਖਿਆ ਕੇਂਦਰੀ ਸੂਚੀ 'ਚ ਹੈਗਾ ਹੈ। ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਡਿਫੈਂਸ, ਬੈਂਕਿੰਗ, ਸਿੱਕਿਆਂ ਨੂੰ ਕਰੰਸੀ, ਵਿਦੇਸ਼ੀ ਸੰਬੰਧ, ਇਹ ਸਾਰੇ ਕੇਂਦਰੀ ਸੂਚੀ 'ਚ ਆ। ਪੁਲਿਸ, ਵਪਾਰ, ਖੇਤੀਬਾੜੀ ਇਹ ਆ। ਐਜੂਕੇਸ਼ਨ, ਵਿੱਦਿਆ, ਜੰਗਲ, ਟ੍ਰੇਡ ਯੂਨੀਅਨਾਂ, ਵਿਆਹ ਸ਼ਾਦੀ, ਇਹ ਸਾਰੇ ਸਮਵਰਤੀ ਸਾਂਝੀ ਸੂਚੀ 'ਚ ਨੇ। ਸੋ ਰੱਖਿਆ ਆਨਸਰ ਆ ਗਿਆ। ਅਗਲਾ ਸਵਾਲ ਆਪਣੇ ਕੋਲ ਆ ਗਿਆ, ਕਹਿੰਦਾ ਜਦੋਂ ਤੁਸੀਂ ਇਹ ਆਪਣੀ ਪਾਰਟੀ ਤੋਂ ਟੁੱਟ ਕੇ ਕਿਸੇ ਦੂਜੀ ਪਾਰਟੀ 'ਚ ਜਾਣਾ ਉਹਨੂੰ ਕਹਿੰਦੇ ਆ ਦਲ ਬਦਲੂ ਨੀਤੀ, ਦਲ ਤਿਆਗ ਜਾਂ ਦਲ ਬਦਲੂ ਸਹੀ ਪੰਜਾਬੀ ਸ਼ਬਦ ਸੀਗਾ ਡਿਫੈਕਸ਼ਨ। ਰਾਜੀਵ ਗਾਂਧੀ ਦੀ ਸਰਕਾਰ ਨੇ 52ਵੀਂ ਸੰਵਿਧਾਨਕ ਸੋਧ ਨਾਲ 1985 ਦੇ ਵਿੱਚ ਭਾਰਤ ਦੇ ਸੰਵਿਧਾਨ 'ਚ 10ਵੀਂ ਸੂਚੀ ਜੋੜ ਕੇ ਬਕਾਇਦਾ ਲਿਖਿਆ ਸੀ ਕਿ ਜੇ ਕੋਈ ਦਲ ਬਦਲੂਗਾ ਉਹਦੀ ਮੈਂਬਰਸ਼ਿਪ ਜਾਊਗੀ। ਉਸ ਤੋਂ ਵੀ ਪਹਿਲਾਂ 1980 'ਚ ਪੱਛਮੀ ਬੰਗਾਲ ਦੀ ਸਰਕਾਰ ਨੇ ਆਪਣੀ ਸਟੇਟ 'ਚ ਇਸ ਕਾਨੂੰਨ ਨੂੰ ਲਾਗੂ ਕੀਤਾ ਸੀ। ਬੜੀ ਡਿਟੇਲ ਦੇ ਵਿੱਚ ਮੈਂ ਪੜ੍ਹਾਇਆ ਹੋਇਆ ਹੈ ਜਦੋਂ ਮੈਂ ਸਿਵਿਕਸ ਪੜ੍ਹਾਈ ਆ ਉਹਦੀ, ਆਪਣੀ ਮਾਸਟਰ ਕੈਡਰ ਦੀ। ਸੋ ਉਹਦੇ 'ਚ ਬੜੀ ਪੰਜਾਬੀ 'ਚ, ਠੇਠ ਪੰਜਾਬੀ 'ਚ ਸਧਾਰਨ ਜਿਹਾ ਤਰੀਕੇ ਨਾਲ ਅਸੀਂ ਇਹਨੂੰ ਕਵਰ ਕਰਦੇ ਹਾਂ। ਅੱਗੇ ਆ ਜਾਓ। ਕਹਿੰਦੇ ਕਿਹੜੀ ਪਾਰਟੀ ਨੂੰ ਹੁਣੇ ਰਾਸ਼ਟਰੀ ਪਾਰਟੀ ਦਾ ਖਿਤਾਬ ਮਿਲਿਆ? ਹੁਣੇ ਤੁਹਾਨੂੰ ਪਤਾ ਹੈ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ। ਰਾਸ਼ਟਰੀ ਪਾਰਟੀ ਬਣਨ ਵਾਸਤੇ
4 ਕੰਡੀਸ਼ਨਾਂ ਚੋਂ 3 ਕੰਡੀਸ਼ਨਸ ਨੇ, ਉਹਨਾਂ ਚੋਂ ਇੱਕ ਕੰਡੀਸ਼ਨ ਚਾਹੀਦੀ ਹੈ। ਇੱਕ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ 4 ਰਾਜਾਂ 'ਚ ਜੇ ਤੁਸੀਂ ਰਾਜ ਪਾਰਟੀ ਸਟੇਟ ਪਾਰਟੀ ਬਣ ਗਏ ਤਾਂ ਤੁਹਾਨੂੰ ਰਾਸ਼ਟਰੀ ਪਾਰਟੀ ਬਣ ਜਾਓਗੇ ਤੁਸੀਂ। ਸੋ ਆਪਾਂ ਮਤਲਬ ਕਿ ਇਹ ਦੇਖ ਸਕਦੇ ਹਾਂ ਕਿ ਜਦੋਂ ਪਹਿਲੀ ਵਾਰੀ ਜਨਰਲ ਇਲੈਕਸ਼ਨ ਹੋਏ ਸੀ, ਆਮ ਚੋਣਾਂ ਹੋਈਆਂ ਸੀ, 14 ਰਾਸ਼ਟਰੀ ਪਾਰਟੀਆਂ ਸੀ ਅਤੇ ਅੱਜ ਇਹਨਾਂ ਦੀ ਗਿਣਤੀ ਘਟ ਕੇ 7 ਜਾਂ 8 ਰਹਿ ਗਈ ਆ। ਠੀਕ ਆ, ਸੋ ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ। ਤੁਸੀਂ ਮੈਨੂੰ ਦੱਸੋ ਕਿ ਕਮੈਂਟ ਕਰਕੇ ਸਰਚ ਕਰਕੇ ਕਿ ਇਸ ਟਾਈਮ ਕਿਹੜੀ ਪਾਰਟੀ ਨੈਸ਼ਨਲ ਪਾਰਟੀ ਆ, ਠੀਕ ਆ, ਰਾਸ਼ਟਰੀ ਪਾਰਟੀ ਆ। 149ਵਾਂ ਵਿਸ਼ਵੀਕਰਨ ਗਲੋਬਲਾਈਜੇਸ਼ਨ, ਜਦੋਂ ਪੂਰੀ ਦੁਨੀਆ ਇੱਕ ਪਿੰਡ ਬਣ ਜੇ, ਜਿੱਥੇ ਮਰਜ਼ੀ ਆਇਆ ਜਾਇਆ ਜਾ ਸਕੇ। ਕਹਿੰਦੇ ਗਲੋਬਲਾਈਜੇਸ਼ਨ ਜਿਹੜਾ ਹੈ ਉਹ ਸਿਰਫ ਕੋਮੋਡਿਟੀਜ਼ ਦੀ ਮੂਵਮੈਂਟ ਹੁੰਦੀ ਹੈ, ਨਹੀਂ, ਲੋਕਾਂ ਦੀ, ਵਸਤੂਆਂ ਦੀ, ਸਭ ਦੀ ਮੂਵਮੈਂਟ ਆ। ਗਲੋਬਲਾਈਜੇਸ਼ਨ ਦੇ ਵਿੱਚ ਕਨਫਲਿਕਟ ਆਫ ਵੈਲਿਊਜ਼ ਨਹੀਂ ਹੁੰਦੇ, ਹੋ ਜਾਂਦੇ ਆ। ਗਲੋਬਲਾਈਜੇਸ਼ਨ ਇਜ਼ ਆਲ ਅਬਾਊਟ ਵਰਲਡ ਵਾਈਡ ਇੰਟਰਕਨੈਕਟਨੈਸ। ਵਿਸ਼ਵੀਕਰਨ ਦਾ ਮਤਲਬ ਆ ਆਪਸ ਦੇ ਵਿੱਚ ਇੰਟਰਕਨੈਕਟਨੈਸ। ਉਹ ਫੋਟੋ ਵੀ ਬਣੀ ਹੋਈ ਆ, ਬਿਲਕੁਲ ਸਹੀ ਆ। ਵਖਰੇਵੇਂ ਕਿਉਂ ਨਹੀਂ ਹੁੰਦੇ ਬਈ? ਜਿਹੜਾ ਆਪਣਾ ਵਿਸ਼ਵੀਕਰਨ ਆ ਉਹਦੇ 'ਚ ਭੇਦਭਾਵ ਤਾਂ, ਲੜਾਈ ਝਗੜੇ, ਉੱਚ ਨੀਚ, ਬਹਿਸ ਤਾਂ ਹੁੰਦੀ ਆ। ਵਿਸ਼ਵੀਕਰਨ ਕਿਉਂ? ਜਦੋਂ ਤੁਸੀਂ ਇੱਕ ਦੂਜੇ ਦੇਸ਼ 'ਚ ਆਓਗੇ, ਜਾਓਗੇ, ਸਮਾਨ ਦਓਗੇ, ਲਓਗੇ, ਵੇਚੋਗੇ, ਖਰੀਦੋਗੇ, ਭੇਦਭਾਵ ਤਾਂ ਆਉਣੇ ਹੀ ਆਉਣੇ ਆ, ਮਿਸਅੰਡਰਸਟੈਂਡਿੰਗ ਤਾਂ ਹੋਣੀ ਹੀ ਹੋਣੀ ਆ। ਸੋ ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ 50ਵਾਂ ਆਰਟੀਕਲ 14 ਕੀ ਕਹਿੰਦਾ ਹੁੰਦਾ ਹੈ? ਇਹ ਤਾਂ ਬੜਾ ਸਿੰਪਲ ਜੀ ਗੱਲ ਆ, ਇਕੁਐਲਿਟੀ, ਕਾਨੂੰਨ ਅੱਗੇ ਸਾਰੇ ਬਰਾਬਰ ਆ। ਆਰਟੀਕਲ 17 ਛੂਆ-ਛੂਤ ਖਤਮ ਕੀਤੀ ਜਾਵੇ, ਆ ਰਿਹਾ ਜੀ। ਆਰਟੀਕਲ 21 ਜੀਣ ਦਾ ਅਧਿਕਾਰ, ਲਾਈਫ ਆਫ ਪ੍ਰੋਟੈਕਸ਼ਨ ਆਫ ਲਾਈਫ। ਆਰਟੀਕਲ 29 ਤੁਸੀਂ ਆਪਣੇ ਸੱਭਿਆਚਾਰ ਨੂੰ ਬਚਾ ਸਕਦੇ ਹੋ। ਸੋ ਮੈਚ ਕਰ ਲਿਓ ਕਿ ਕਿਹੜਾ ਆਰਟੀਕਲ ਆਪਣੇ ਕੰਮ ਆ ਸਕਦਾ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਅਸੀਂ ਇਹ ਟੈਸਟ ਪੇਪਰ ਸੋਲਵ ਕਰਾਇਆ। ਈਵਨ ਕਿ ਚਾਹੇ ਇਹਦੇ ਪੈਡੇਗੋਜੀ ਦੇ ਸਵਾਲ ਸੀ, SST ਦੇ, ਸਾਡੀ ਇਹ ਰਿਸਪੌਂਸਿਬਿਲਿਟੀ ਰਹੂਗੀ ਕਿ ਅਸੀਂ ਇਹ ਸਭ ਕੁਛ ਜਿਹੜਾ ਹੈ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਚੀਜ਼ ਨੂੰ ਕਵਰ ਕਰੀਏ। ਠੀਕ ਹੈ, ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਕਾਫੀ ਹੱਦ ਤੱਕ ਫਾਇਦਾ ਹੋਇਆ ਹੋਊਗਾ। ਸੋ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਵੱਧ ਤੋਂ ਵੱਧ ਇਸ ਤਰੀਕੇ ਦਾ ਕੰਟੈਂਟ YouTube 'ਤੇ ਵੀ ਪਹੁੰਚਾਉਂਦੇ ਰਹੀਏ। ਅਤੇ ਤੁਹਾਡੀ ਇਹ ਰਿਸਪੌਂਸਿਬਿਲਿਟੀ ਹੈ ਕਿ ਜੇ ਤੁਹਾਨੂੰ ਲੱਗਿਆ ਕਿ ਇਹ ਲੈਕਚਰ ਇਸ ਤਰੀਕੇ ਦੇ ਜਿਹੜੀਆਂ ਵੀਡੀਓਜ਼ ਨੇ ਜਿਨ੍ਹਾਂ 'ਚ ਅਸੀਂ ਪੇਪਰ ਸੋਲਵ ਕਰਾਇਆ ਉਹ ਵੀ ਡਿਟੇਲ 'ਚ, ਇਹ ਬਾਕੀਆਂ ਤੱਕ ਪਹੁੰਚਣੀਆਂ ਚਾਹੀਦੀਆਂ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਆਪਣੇ ਸਾਥੀਆਂ ਤੱਕ ਸ਼ੇਅਰ ਕਰੋ। ਧੰਨਵਾਦ।